ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਦੇ ਫੇਸਬੁੱਕ ਲਾਈਵ ਦੇ ਵਿੱਚ ਜਸਵੰਤ ਸਿੰਘ ਸ਼ਾਦ ਵੱਲੋਂ ਤੁਹਾਡਾ ਮਾਈਂਡ ਮੈਟਰਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਡਿਪਰੈਸ਼ਨ ਤੇ। ਸਾਡੇ ਨਾਲ ਡਾਕਟਰ ਹੈਰੀ ਸੇਖੋਂ ਸੈਕਰਾਮੈਂਟੋ ਤੋਂ ਜਿਹੜੇ ਕਿ ਸਾਈਕੈਟਰਿਸਟ ਨੇ ਜੁੜੇ ਹੋਏ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਗੱਲ ਇਹ ਹੈ ਕਿ ਜਿਹੜੀ ਡਿਪਰੈਸ਼ਨ ਦੀ ਸਮੱਸਿਆ ਦੁਨੀਆ ਭਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਮਾਰੂ ਸਾਬਤ ਹੋ ਰਹੀ ਹੈ ਤੇ ਇਸ ਨੂੰ ਇਹਦੀ ਰੋਕਥਾਮ ਦੇ ਲਈ ਕੀ ਉਪਾਅ ਹੋ ਸਕਦੇ ਆ, ਕਿੰਨੇ ਕੁ ਉਪਰਾਲੇ ਹੋ ਰਹੇ ਆ, ਇਹਦੇ ਬਾਰੇ ਚ ਆਪਾਂ ਚਰਚਾ ਕਰਾਂਗੇ। ਦੂਸਰਾ ਇਹ ਆ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਹਦਾ ਕਿੰਨਾ ਕੁ ਪ੍ਰਭਾਵ ਜਿਹੜਾ ਹੈ ਉਹ ਪੈ ਰਿਹਾ ਜਾਂ ਪੈ ਚੁੱਕਾ ਹੈ ਜਾਂ ਕਿੰਨਾ ਕੁ ਗੁੱਝਾ ਹੈ। ਦੱਸਿਆ ਜਾਂਦਾ ਕਿ ਡਿਪਰੈਸ਼ਨ ਦੀਆਂ ਬਹੁਤ ਸਾਰੀਆਂ ਗੁੱਝੀਆਂ ਪਰਤਾਂ ਨੇ ਤੇ ਉਹਨਾਂ ਨੂੰ ਆਮ ਬੰਦਾ ਜਿਹੜਾ ਉਹ ਸਮਝ ਨਹੀਂ ਸਕਦਾ। ਇਸੇ ਕਰਕੇ ਸਮਾਜ ਸੇਵੀ ਸੰਸਥਾ ਸਹਾਇਤਾ ਦੇ ਵੱਲੋਂ ਇੱਕ ਜਿਹੜੀ ਵੈਬੀਨਾਰ ਜਿਹੜੀ ਸੈਮੀਨਾਰ ਸੀਰੀਜ਼ ਚਲਾਈ ਜਾ ਰਹੀ ਹੈ, ਉਹਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਮਨਸ਼ੇ ਦੇ ਨਾਲ ਅਸੀਂ ਇਹ ਜਿਹੜਾ ਪ੍ਰੋਗਰਾਮ ਅੱਜ ਦਾ ਕਰ ਰਹੇ ਹਾਂ, ਤਾਂ ਕਿ ਬੇਸਿਕ ਜਿਹੜੀ ਇੰਟਰੋਡਕਸ਼ਨ ਆ ਉਹ ਸਾਡੇ ਆਮ ਪੰਜਾਬੀ ਕਮਿਊਨਿਟੀ ਦੇ ਵੀਰਾਂ ਨੂੰ, ਭੈਣਾਂ ਭਰਾਵਾਂ ਨੂੰ ਦਿੱਤੀ ਜਾ ਸਕੇ, ਤਾਂ ਕਿ ਇਸ ਗੱਲ ਨੂੰ ਅਸੀਂ ਥੋੜਾ ਜਿਹਾ ਸੀਰੀਅਸਲੀ ਲਈਏ। ਕਿਉਂਕਿ ਆਮ ਤੌਰ ਤੇ ਇਸ ਗੱਲ ਨੂੰ ਅਸੀਂ ਬਹੁਤਾ ਗੌਲਦੇ ਨਹੀਂਗੇ ਕਿ ਇਹ ਕੋਈ ਸਾਡਾ ਮਸਲਾ ਨਹੀਂ। ਹਰੇਕ ਬੰਦੇ ਨੂੰ ਇਹ ਲੱਗਦਾ ਕਿ ਇਹ ਮਸਲਾ ਸਾਡਾ ਮਸਲਾ ਨਹੀਂਗਾ। ਸੋ ਇਸ ਕਰਕੇ ਇਸ ਮਸਲੇ ਨੂੰ ਆਪਣਾ ਮਸਲਾ ਸਮਝ ਕੇ ਜੇਕਰ ਅਸੀਂ ਸਮਝਾਂਗੇ ਤੇ ਜੇਕਰ ਅਸੀਂ ਆਪ ਇਸ ਰੋਗ ਤੋਂ ਪੀੜਤ ਨਹੀਂਗੇ ਤਾਂ ਘੱਟੋ ਘੱਟ ਸਮਾਜ ਵਿੱਚ ਵਿਚਰਦੇ ਸਾਡੇ ਦੂਜੇ ਭੈਣ ਭਰਾ, ਸਾਡਾ ਪਰਿਵਾਰ, ਸਾਡੇ ਦੋਸਤ ਮਿੱਤਰ, ਸਾਡੇ ਕੰਟੈਕਟ ਵਿੱਚ ਆਉਣ ਵਾਲੇ ਜਿੰਨੇ ਵੀ ਸੱਜਣ ਮਿੱਤਰ ਆ, ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ। ਸੋ ਸਹਾਇਤਾ ਜਿਹੜੀ ਹੈ ਉਹ ਤੁਹਾਡੀ ਸਹਾਇਤਾ ਦੇ ਨਾਲ ਚੱਲਦੀ ਹੈ। ਤੇ ਦੂਸਰਾ ਕਿ ਉਹ ਲੋਕਾਂ ਦੀ ਸਹਾਇਤਾ ਕਰਨ ਲਈ ਬਣਾਈ ਗਈ ਹੈ। ਸੋ ਸਹਾਇਤਾ ਜਿਹੜੀ ਆ ਉਸ ਦੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ, ਜਿਵੇਂ ਸਮਾਜ ਸੇਵਾ ਦੇ ਖੇਤਰ ਵਿੱਚ ਭਾਗ ਲੈਂਦੀ ਹੈ ਸਹਾਇਤਾ, ਉਸੇ ਤਰ੍ਹਾਂ ਹਰ ਇੱਕ ਪਾਸਿਓਂ ਖਾਸ ਤੌਰ ਤੇ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਵੀ ਤੰਦਰੁਸਤ ਜਿਹੜਾ ਰੱਖਣ ਦੇ ਲਈ ਉਪਰਾਲੇ ਕੀਤੇ ਜਾਣ। ਸੋ ਸਾਡੇ ਨਾਲ ਡਾਕਟਰ ਹੈਰੀ ਸੇਖੋਂ ਸਾਹਿਬ ਸੈਕਰਾਮੈਂਟੋ ਤੋਂ ਜੁੜੇ ਨੇ। ਸੇਖੋਂ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਜਸਵੰਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਨੂੰ ਲੈ ਕੇ ਆਏ, ਸਾਨੂੰ ਆਹ ਵੈਬੀਨਾਰ ਦੇ ਥਰੂ ਆਪਾਂ ਆਪਣੀ ਆਡੀਅנס ਦੇ ਨਾਲ ਆਪਾਂ ਗੱਲਬਾਤ ਕਰ ਸਕਦੇ ਹਾਂ, ਸ਼ੇਅਰ ਕਰ ਸਕਦੇ ਹਾਂ। ਥੈਂਕ ਯੂ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਜਿਹੜਾ ਡਿਪਰੈਸ਼ਨ ਹੈ ਇਹ ਕੀ ਆ? ਹਾਂਜੀ, ਨਹੀਂ, ਆਈ ਥਿੰਕ ਇਹ ਸਮਝਣ ਵਾਲੀ ਗੱਲ ਹੈ, ਕਿਉਂਕਿ ਡਿਪਰੈਸ਼ਨ ਤਾਂ ਆਪਾਂ ਵਰਡ ਆਮ ਗੱਲਬਾਤ ਦੇ ਵਿੱਚ ਵੀ ਯੂਜ਼ ਕਰਦੇ ਆ, ਪਰ ਫਿਰ ਇੱਕ ਤਰੀਕੇ ਨਾਲ ਆਪਾਂ ਕਹਿੰਦੇ ਆ ਕਿ ਡਿਪਰੈਸ਼ਨ ਬਹੁਤ ਵੱਡੀ ਬਿਮਾਰੀ ਹੈ। ਸੋ ਆਈ ਥਿੰਕ ਉਹ ਕਈ ਵਾਰ ਲੋਕਾਂ ਨੂੰ ਸਮਝਣ ਦੇ ਵਿੱਚ ਮੁਸ਼ਕਿਲ ਹੋ ਜਾਂਦੀ ਹੈ ਕਿ ਜਿੱਦਾਂ ਮੈਂ ਫੀਲ ਕਰ ਰਿਹਾ ਵਾਂ ਉਹ ਬਿਮਾਰੀ ਆ ਕਿ ਉਹ ਇੱਕ ਸਟੇਟ ਆਫ ਮਾਈਂਡ ਆ, ਰਾਈਟ? ਜਿਵੇਂ ਆਪਾਂ ਹੈਪੀ ਹੁੰਨੇ ਆ, ਆਪਾਂ ਸੈਡ ਹੁੰਨੇ ਆ, ਆਪਾਂ ਡਿਪਰੈਸਡ ਹੁੰਨੇ ਆ। ਬੰਦੇ ਕਹਿ ਦਿੰਦੇ ਨੇ ਜੀ ਮੇਰਾ ਮੂਡ ਚੰਗਾ ਵਾ, ਅੱਜ ਮੇਰਾ ਮੂਡ ਮਾੜਾ ਵਾ, ਤੇ ਕਈ ਬੰਦੇ ਕਹਿ ਦਿੰਦੇ ਨੇ ਅੱਜ ਮੈਂ ਥੋੜਾ ਜਿਹਾ ਡਿਪਰੈਸਡ ਫੀਲ ਕਰ ਰਿਹਾ ਵਾਂ, ਰਾਈਟ? ਸੋ ਇਹ ਉਹੀ ਡਿਪਰੈਸ਼ਨ ਆ ਜਿਹਨੂੰ ਆਪਾਂ ਡਿਪਰੈਸ਼ਨ ਦੀ ਬਿਮਾਰੀ ਕਹਿੰਦੇ ਆ ਜਾਂ ਇਹ ਵੱਖਰੀ ਚੀਜ਼ ਆ? ਆਈ ਥਿੰਕ ਇਹ ਸਮਝਣ ਦੀ ਗੱਲ ਆ। ਜਿੰਨੇ ਵੀ ਆਪਣੇ ਮਾਨਸਿਕ ਬਿਮਾਰੀਆਂ ਹੁੰਦੀਆਂ ਨੇ, ਮੈਂਟਲ ਹੈਲਥ ਡਿਸਆਰਡਰ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ, ਸਾਈਕੀਐਟ੍ਰਿਕ ਡਿਸਆਰਡਰ ਕਹਿ ਦਿੰਦੇ ਆ, ਇਹ ਡਿਸਆਰਡਰ ਕਦੋਂ ਬਣਦੇ ਨੇ? ਆਈ ਥਿੰਕ ਇਹ ਚੀਜ਼ ਜਾਣਨੀ ਜ਼ਰੂਰੀ। ਪਰ ਜੇ ਆਪਾਂ ਡਾਕਟਰ ਕੋਲ ਜਾਈਏ ਤਾਂ ਡਾਕਟਰ ਆ ਨਹੀਂ ਕਿ ਉਦਣ ਦੀ ਰੀਡਿੰਗ ਦੇਖ ਕੇ ਕਹਿ ਦੂਗਾ ਬਈ ਆਹ ਤੇਰੀ ਦਵਾਈ ਸ਼ੁਰੂ ਕਰ ਦਈਏ, ਤੇਰਾ ਬਲੱਡ ਪ੍ਰੈਸ਼ਰ ਜ਼ਿਆਦਾ। ਉਹ ਤੁਹਾਨੂੰ ਪਹਿਲਾਂ ਕਹੂਗਾ ਕਿ ਆਪਾਂ ਆਹ ਮਸ਼ੀਨ ਲਓ ਘਰੇ, ਇਹਨੂੰ ਦੇਖਿਆ ਕਰੋ। ਜੇ ਤੁਹਾਡਾ ਲਗਾਤਾਰ ਓਵਰ ਅ ਪੀਰੀਅਡ ਆਫ ਟਾਈਮ ਬਲੱਡ ਪ੍ਰੈਸ਼ਰ ਵੱਧ ਆ ਰਿਹਾ ਵਾ, ਤਾਂ ਉਹ ਤੁਹਾਨੂੰ ਹਾਈਪਰਟੈਂਸ਼ਨ ਜਾਂ ਬਲੱਡ ਪ੍ਰੈਸ਼ਰ ਦੇ ਨਾਲ ਡਾਇਗਨੋਸ ਕਰਦਾ ਤੇ ਤੁਹਾਡੇ ਨਾਲ ਇਲਾਜ ਡਿਸਕਸ ਕਰਦਾ। ਤੇ ਆਈ ਥਿੰਕ ਇਹੀ ਗੱਲ ਸਮਝਣ ਵਾਲੀ ਹੈ ਡਿਪਰੈਸ਼ਨ ਦੇ ਵਿੱਚ ਵੀ, ਕਿ ਡਿਪਰੈਸ਼ਨ ਇੱਕ ਕਹਿ ਲਓ ਤੁਸੀਂ ਸਟੇਟ ਆਫ ਮਾਈਂਡ ਆ, ਜਿਹਨੂੰ ਆਪਾਂ ਸੈਡਨੈਸ ਦੇ ਨਾਲ, ਉਦਾਸੀ ਦੇ ਨਾਲ, ਜਾਂ ਜਦ ਆਪਾਂ ਡਾਊਨ ਫੀਲ ਕਰਦੇ ਹਾਂ ਉਹਦੇ ਨਾਲ ਆਪਾਂ ਉਹਨੂੰ ਲਿੰਕ ਕਰ ਦਿੰਦੇ ਹਾਂ। ਪਰ ਜੇ ਆਪਾਂ ਰੈਗੂਲਰਲੀ ਉਹੀ ਸਟੇਟ ਆਫ ਮਾਈਂਡ ਦੇ ਵਿੱਚ ਰਹਿੰਦੇ ਆ, ਜੇ ਆਪਾਂ ਨੂੰ ਉਦਾਸੀ ਇੱਕ ਦਿਨ ਨਹੀਂ, 2 ਦਿਨ ਨਹੀਂ, ਪਰ ਦਿਨਾਂ ਵੱਧੋਂ, ਹਫ਼ਤਿਆਂ ਵੱਧੋਂ, ਮਹੀਨਾ ਵੱਧੋਂ ਆਪਾਂ ਡਿਪਰੈਸਡ ਰਹਿੰਦੇ ਆ, ਲੋਕੀ ਵੀ ਕਹਿਣ ਲੱਗ ਜਾਂਦੇ ਨੇ ਯਾਰ ਕਿ ਇਹ ਤਾਂ ਹਮੇਸ਼ਾ ਡਾਊਨ ਹੀ ਹੁੰਦਾ ਇਹਦਾ ਕੰਮ, ਤੇ ਇਹਨੂੰ ਤਾਂ ਮੈਂ ਉਦਾਸ ਹੀ ਦੇਖਿਆ, ਇਹਨੂੰ ਮੈਂ ਕਦੇ ਖੁਸ਼ ਨਹੀਂ ਦੇਖਿਆ। ਤਾਂ ਉਹਦੇ ਚਾਂਸਸ ਡਿਪਰੈਸ਼ਨ ਬਿਮਾਰੀ ਦੇ ਹੋਣ ਦੇ ਜ਼ਿਆਦਾ ਨੇ ਉਸ ਕਾਰਨ ਕਰਕੇ। ਸੋ ਆਈ ਥਿੰਕ ਉਹਦੇ ਵੀ ਆਪਣੇ ਹੁਣ ਰਿਸਰਚਰ ਆਪਾਂ ਨੂੰ ਲੱਗਦਾ ਹੁੰਦਾ ਕਿ
ਮਾਨਸਿਕ ਬਿਮਾਰੀਆਂ, ਮਾਨਸਿਕ ਕਮਜ਼ੋਰੀ ਦੇ ਨਾਲ ਆਪਾਂ ਉਹਨਾਂ ਨੂੰ ਲਿੰਕ ਕਰ ਦਿੰਦੇ ਆ ਕਿ ਤੂੰ ਤਕੜਾ ਹੋ, ਹਿੰਮਤ ਰੱਖਿਆ ਕਰ ਤਾਂ ਠੀਕ ਹੋ ਜਾਏਗਾ। ਉਹ ਕੁਝ ਹੱਦ ਤੱਕ ਠੀਕ ਆ, ਪਰ ਜਦੋਂ ਬੰਦੇ ਨੂੰ ਡਿਪਰੈਸ਼ਨ ਦੀ ਬਿਮਾਰੀ ਹੋ ਜਾਂਦੀ ਆ, ਉਹਨੂੰ ਅਸੀਂ ਮੇਜਰ ਡਿਪਰੈਸਿਵ ਡਿਸਆਰਡਰ ਦੇ ਨਾਮ ਨਾਲ ਕਹਿੰਦੇ ਆ, ਜਦੋਂ ਜਿਹੜਾ ਉਹਦਾ ਮੈਡੀਕਲ ਨੇਮ ਆ, ਤਾਂ ਕਈ ਵਾਰ ਉਹ ਮਾਨਸਿਕ ਕਮਜ਼ੋਰੀ ਨਾਲੋਂ ਉੱਤੇ ਗੱਲ ਨਿਕਲ ਚੁੱਕੀ ਹੁੰਦੀ ਆ, ਉਹ ਤੁਹਾਡੇ ਵੱਸੋਂ ਬਾਹਰ ਹੋ ਜਾਂਦੀ ਆ। ਜੇ ਤੁਸੀਂ ਚਾਹੋ ਵੀ ਆਪਣੇ ਆਪ ਨੂੰ ਉਹ ਡਿਪਰੈਸ਼ਨ ਵਾਲੇ ਫੇਜ਼ ਚੋਂ ਕੱਢਣ ਨੂੰ, ਤਾਂ ਫਿਰ ਵੀ ਤੁਸੀਂ ਕੱਢ ਨਹੀਂ ਸਕਦੇ। ਸੋ ਉਹਨੂੰ ਆਪਾਂ ਕਿੱਦਾਂ ਆਈਡੈਂਟੀਫਾਈ ਕਰਨਾ ਕਿ ਹੁਣ ਆਪਾਂ ਉਹ ਸਟੇਜ ਦੇ ਵਿੱਚ ਆ ਗਏ ਆ, ਤੇ ਕਿੱਦਾਂ ਆਪਾਂ ਸੋਚਣਾ ਕਿ ਬਈ ਹੁਣ ਮੈਂ ਡਾਕਟਰ ਨੂੰ ਜਾ ਕੇ ਮਿਲਾਂ, ਜਾਂ ਮੈਂ ਕਿਸੇ ਥੈਰੇਪਿਸਟ ਨੂੰ ਜਾ ਕੇ ਮਿਲਾਂ, ਜਾਂ ਮੈਂ ਕਿਸੇ ਬੰਦੇ ਨੂੰ ਪੁੱਛਾਂ ਕਿ ਮੈਨੂੰ ਹੈਲਪ ਦੀ ਲੋੜ ਆ। ਆਈ ਥਿੰਕ ਦੈਟ ਇਜ਼ ਸਮਥਿੰਗ ਕਿ ਆਪਾਂ ਸ਼ੇਅਰ ਕਰਨਾ ਚਾਹੁੰਦੇ ਹਾਂ ਕਮਿਊਨਿਟੀ ਵਾਲਿਆਂ ਨਾਲ, ਆਪਣੇ ਬਾਕੀ ਪੰਜਾਬੀ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਜਿਹੜੇ ਬੈਠੇ ਹੁਣ ਦੇਖ ਰਹੇ ਨੇ, ਸੁਣ ਰਹੇ ਨੇ। ਤੇ ਸੋ ਉਹਦੇ ਵਿੱਚ ਡਿਪਰੈਸ਼ਨ ਇਕੱਲਾ ਇੱਕ ਉਦਾਸੀ ਹੀ ਨਹੀਂ ਆ, ਇਹਨੂੰ ਆਪਾਂ ਕਹਿੰਦੇ ਆ ਇਹਦੇ ਕਿੰਨੇ ਸਾਰੇ ਸਿੰਪਟਮ ਹੁੰਦੇ ਨੇ। ਜਿਹੜਾ ਬੰਦੇ ਨੂੰ ਡਿਪਰੈਸ਼ਨ ਹੁੰਦੀ ਆ, ਉਹ ਕਈ ਵਾਰ ਬੜਾ ਥੱਕਿਆ ਥੱਕਿਆ ਮਹਿਸੂਸ ਕਰਦਾ, ਉਹਦਾ ਕੁਛ ਕਰਨ ਨੂੰ ਜੀ ਨਹੀਂ ਕਰਦਾ। ਉਹਨੂੰ ਹੁੰਦਾ ਕਿ ਅੱਜ ਮੇਰੇ ਕੋਲੋਂ ਕੁਛ ਨਹੀਂ ਹੋਣਾ, ਅੱਜ ਮੈਂ ਬਸ ਮੰਜੇ 'ਚ ਹੀ ਪਿਆ ਰਵਾਂ, ਅੱਜ ਮੈਂ ਇੱਥੇ ਹੀ ਬੈਠਿਆ ਰਵਾਂ। ਜੇ ਅਗਲਾ ਬੰਦਾ ਕੰਮ ਕਰਦਾ ਵਾ ਤਾਂ ਉਹ ਕੰਮ ਤੇ ਨਹੀਂ ਪਹੁੰਚ ਸਕਦਾ, ਜਾਂ ਕੰਮ ਤੇ ਪਹੁੰਚ ਜੂਗਾ ਪਰ ਉਹਦੇ ਕੋਲੋਂ ਕੰਮ ਨਹੀਂ ਕਰ ਹੁੰਦਾ। ਰਾਤ ਨੂੰ ਉਹਨੂੰ ਨੀਂਦ ਨਹੀਂ ਆਉਂਦੀ, ਉਹਦੇ ਕੋਲੋਂ ਕੋਈ ਵੀ, ਜਦੋਂ ਆਪਾਂ ਕੰਮ ਜ਼ਰੂਰੀ ਕਰਨਾ ਵਾ, ਕੋਈ ਪ੍ਰੋਜੈਕਟ ਕਰਨਾ ਵਾ, ਉਹ ਪ੍ਰੋਜੈਕਟ ਪੂਰਾ ਨਹੀਂ ਹੁੰਦਾ, ਜਾਂ ਤਾਂ ਸ਼ੁਰੂ ਨਹੀਂ ਕਰਦਾ ਜਾਂ ਉਹਦੇ ਕੋਲ ਪੂਰਾ ਨਹੀਂ ਹੁੰਦਾ, ਰਾਈਟ। ਤੇ ਉਦਾਂ ਹੀ ਜੇ 2 ਹਫ਼ਤੇ ਦੀ ਕੈਟੇਗਰੀ ਹੁੰਦੀ ਆ, ਜੇ ਇਹ ਸਾਰੇ ਸਿੰਪਟਮ ਆਪਣੇ ਡੇਲੀ 2 ਹਫ਼ਤੇ ਤੱਕ ਜਾਂ 2 ਹਫ਼ਤੇ ਤੋਂ ਵੱਧ ਤੱਕ ਚੱਲਣ, ਤਾਂ ਅਸੀਂ ਕੰਸੀਡਰ ਕਰਦੇ ਹਾਂ ਕਿ ਇਹਨੂੰ ਡਿਪਰੈਸ਼ਨ ਦੀ ਬਿਮਾਰੀ ਹੋ ਸਕਦੀ ਹੈ। ਤੇ ਇੱਕ ਤਾਂ ਹੁੰਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਮਾਈਲਡ ਡਿਪਰੈਸ਼ਨ, ਜਿਹੜੀਆਂ ਮੈਂ ਗੱਲਾਂ ਕਰ ਰਿਹਾ, ਇਹ ਹਰੇਕ ਬੰਦੇ ਨੇ ਕਦੇ ਐਟ ਸਮ ਪੁਆਇੰਟ ਫੀਲ ਕੀਤਾ ਵਾ, ਰਾਈਟ। ਆਪਣੀ ਰੋਜ਼ ਤਾਂ ਆਪਣਾ એનર્ਜੀ ਲੈਵਲ ਇੰਨਾ ਨਹੀਂ ਹੁੰਦਾ, ਕਦੇ ਆਪਾਂ ਡਾਊਨ ਹੁੰਨੇ ਆ, ਕਦੇ ਆਪਾਂ ਅਪ ਹੁੰਨੇ ਆ। ਪਰ ਇਦੋਂ ਬਿਨਾਂ ਕਈ ਵਾਰ ਬੰਦੇ ਇਦਾਂ ਫੀਲ ਕਰਨ ਲੱਗ ਜਾਂਦੇ ਆ ਕਿ ਉਹ ਕੰਟਰੀਬਿਊਟ ਨਹੀਂ ਕਰ ਰਹੇ, ਉਹ ਆਪਣੇ ਖਾਨਦਾਨ ਲਈ, ਉਹ ਆਪਣੇ ਕੰਮ ਲਈ, ਆਪਣੇ ਮੁਲਕ ਲਈ ਉਹਨਾਂ ਦਾ ਯੋਗਦਾਨ ਨਹੀਂ ਹੈਗਾ, ਉਹ ਯੋਗਦਾਨ ਕਰ ਨਹੀਂ ਪਾਉਂਦੇ। ਇਹਦੇ ਕਰਕੇ ਉਹਨਾਂ ਦਾ ਕੌਨਫੀਡੈਂਸ ਘਟ ਜਾਂਦਾ ਵਾ, ਉਹਨਾਂ ਦਾ ਆਪਣੀ ਅਬਿਲਿਟੀ ਦੇ ਵਿੱਚ ਕਿ ਮੈਂ ਆਹ ਕਰ ਸਕਦਾ ਵਾਂ, ਮੈਂ ਪ੍ਰੋਡਕਟਿਵ ਹੋ ਸਕਦਾ ਵਾਂ, ਉਹ ਓਵਰ ਟਾਈਮ ਘਟ ਜਾਂਦਾ ਵਾ। ਬੰਦੇ ਬੜੇ ਹੋਪਲੈਸ ਜੇ ਫੀਲ ਕਰਨ ਲੱਗ ਜਾਂਦੇ ਨੇ। ਤੇ ਇਹੋ ਜਿਹੀ ਸਟੇਜ ਬੜੀ ਕਈ ਵਾਰ ਖਤਰਨਾਕ ਹੋ ਸਕਦੀ ਹੈ, ਕਿਉਂਕਿ ਓਵਰ ਟਾਈਮ ਜੇ ਬੰਦਾ ਉਦਾਂ ਹੀ ਫੀਲ ਕਰੇ ਤਾਂ ਬੰਦੇ ਨੂੰ ਲੱਗਦਾ ਕਿ ਮੈਂ ਬੋਝ ਹੋ ਗਿਆ, ਪਰਿਵਾਰ ਤੇ, ਸੋਸਾਇਟੀ ਤੇ, ਕੰਮ ਵਾਲਿਆਂ ਤੇ, ਆਪਣੇ ਕਲੋਜ਼ ਫੈਮਿਲੀ ਤੇ, ਕਿ ਮੈਂ ਵੱਡਾ ਬੋਝ ਬਣ ਗਿਆ। ਤੇ ਉਹ ਬੋਝ ਵਾਲੀ ਸਟੇਜ ਦੇ ਵਿੱਚ ਬੰਦਾ ਉਸ ਹੱਦ ਤੇ ਪਹੁੰਚ ਜਾਂਦਾ ਕਿ ਬੰਦਾ ਕਈ ਵਾਰ ਚਾਹੁੰਦਾ ਕਿ ਵੀ ਮੇਰੇ ਜੀਣ ਦਾ ਕੀ ਮਤਲਬ ਆ, ਕਿ ਦੁਨੀਆ ਨੂੰ ਫਾਇਦਾ ਹੋਊ ਜੇ ਮੈਂ ਇੱਥੇ ਨਾ ਹੋਵਾਂ, ਮੇਰੇ ਖਾਨਦਾਨ ਨੂੰ ਇੰਨੀ ਫਿਕਰ ਨਹੀਂ ਹੋਊਗੀ, ਤੇ ਉਹਨਾਂ ਨੂੰ ਮੇਰੇ ਬਾਰੇ ਵਰੀ ਕਰਨ ਦੀ ਲੋੜ ਨਹੀਂ ਹੋਊਗੀ, ਤੇ ਉਹਨਾਂ ਨੂੰ ਮੇਰਾ ਧਿਆਨ ਰੱਖਣ ਦੀ ਲੋੜ ਨਹੀਂ ਹੋਊਗੀ। ਸੋ ਜਿਹੜਾ ਸੁਸਾਈਡ ਜਾਂ ਖੁਦਕੁਸ਼ੀ ਵਾਲੀ ਸਟੇਜ ਹੁੰਦੀ ਹੈ, ਜੋ ਕਿ ਡਿਪਰੈਸ਼ਨ ਦਾ ਸਭ ਤੋਂ ਸੀਵੀਅਰ ਸਿੰਪਟਮ ਹੁੰਦਾ, ਜਿੱਦਾਂ ਕਿ ਕਹਿ ਲਓ ਹਾਰਟ, ਜਿਵੇਂ ਆਪਾਂ ਹਾਈਪਰਟੈਂਸ਼ਨ ਦੀ ਗੱਲ ਕੀਤੀ ਜਾਂ ਹਾਰਟ ਡਿਜ਼ੀਜ਼ ਦੀ ਗੱਲ ਕੀਤੀ, ਉਹਦਾ ਸਭ ਤੋਂ ਉੱਚਾ ਸਿੰਪਟਮ ਜਾਂ ਖਤਰਨਾਕ ਸਿੰਪਟਮ ਹੁੰਦਾ ਹਾਰਟ ਅਟੈਕ। ਉਦਾਂ ਹੀ ਡਿਪਰੈਸ਼ਨ, ਜੇ ਤੁਸੀਂ ਉਹਨੂੰ ਟਰੀਟ ਨਾ ਕਰੋ ਤੇ ਡਿਪਰੈਸ਼ਨ ਜੇ ਤੁਹਾਡੀ ਵੱਧਦੀ ਰਵੇ, ਤਾਂ ਉਹਦਾ ਸਿੰਪਟਮ ਹੁੰਦਾ ਸਭ ਤੋਂ ਖਤਰਨਾਕ ਸੁਸਾਈਡ। ਸੋ ਆਪਾਂ ਤੇ ਆਪਾਂ ਤਾਂ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ, ਮੀਡੀਆ ਦੇ ਵਿੱਚ ਬਹੁਤ ਆਇਆ ਵਾ, ਕਿਸਾਨਾਂ ਦੇ ਵਿੱਚ ਇੰਨੀ ਹਾਰਡਸ਼ਿਪਸ ਹੋਈਆਂ ਨੇ, ਹਜੇ ਵੀ ਹੋ ਰਹੀਆਂ ਨੇ, ਉਸ ਕਰਕੇ ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਤੇ ਆਈ ਡੋਂਟ ਥਿੰਕ ਉਹਨਾਂ ਦੀ ਮਾਨਸਿਕ ਸ਼ਕਤੀ ਦੇ ਨਾਲ ਉਹਦਾ ਕੋਈ ਵੀ ਲੈਣਾ ਦੇਣਾ ਹੈ। ਉਹ ਉਸ ਸਟੇਜ ਤੇ ਉਹਨਾਂ ਦੀ ਡਿਪਰੈਸ਼ਨ ਵੱਧ ਗਈ ਸੀ ਕਿ ਉਹਨਾਂ ਨੇ ਉਹੀ ਕੀਤਾ ਜੋ ਉਹੋ ਜਿਹਾ ਬੰਦਾ ਡਿਪਰੈਸ਼ਨ ਦੇ ਵਿੱਚ ਕਰਦਾ ਵਾ। ਤੇ ਤੁਸੀਂ ਗੱਲ ਕੀਤੀ ਹੈ ਕਿ ਬੰਦਾ ਥੱਕਿਆ ਫੀਲ ਕਰਦਾ, ਮਨ ਜਿਹੜਾ ਉਹ ਚਾਟ ਰਹਿੰਦਾ, ਤੇ ਬਹੁਤਾ ਕੁਛ ਕਰਨ ਦੀ ਜਿਹੜੀ ਵਿਲ ਪਾਵਰ ਆ ਬੰਦੇ 'ਚ ਨਹੀਂ ਰਹਿੰਦੀ। ਇਹਦੇ ਪਿੱਛੇ ਕੀ ਸਰੀਰਕ ਬਿਮਾਰੀ ਦੇ ਕੋਈ ਕਾਰਨ ਵੀ ਹੋ ਸਕਦੇ ਆ? ਜਿਵੇਂ ਬੰਦਾ ਬੰਦੇ ਨੂੰ ਕੋਈ ਅੰਦਰੋਂ ਪ੍ਰੋਬਲਮ ਆ ਗਈ ਆ, ਵੀ ਉਹਦਾ ਲਿਵਰ ਨਹੀਂ ਠੀਕ, ਜਾਂ ਉਹਦੀ ਕਿਡਨੀਆਂ ਠੀਕ ਨਹੀਂ ਕੰਮ ਕਰ ਰਹੀਆਂ, ਇਹਨਾਂ ਹਾਲਾਤਾਂ ਵਿੱਚ ਬੰਦਾ ਸੇਮ ਉਦਾਂ ਹੀ ਫੀਲ ਕਰਦਾ, ਫਿਰ ਕਿਵੇਂ ਇਸ ਗੱਲ ਦਾ ਪਤਾ ਲੱਗੇ ਕੀ ਫਰਕ? ਹਾਂਜੀ, ਨਹੀਂ ਤਾਂ ਹੀ ਆਪਾਂ ਨਹੀਂ, ਬਹੁਤ ਵਧੀਆ ਕੁਐਸਚਨ, ਕਿਉਂਕਿ ਉਹੀ ਗੱਲ ਆ ਨਾ ਕਿ ਇਹ ਡਿਪਰੈਸ਼ਨ ਆ ਕਿ ਇਹ ਕੁਝ ਹੋਰ ਆ। ਸੋ ਜੇ ਆਪਾਂ ਨੂੰ ਲੱਗ ਰਿਹਾ ਵਾ ਕਿ ਆਪਾਂ ਨੂੰ, ਜਿਵੇਂ ਬੰਦਾ ਜਦੋਂ ਥੱਕਿਆ ਫੀਲ ਕਰਦਾ ਤਾਂ ਹਮੇਸ਼ਾ ਉਦਾਸ ਨਹੀਂ ਫੀਲ ਕਰਦਾ, ਤੇ ਹਮੇਸ਼ਾ ਹੋਪਲੈਸ ਨਹੀਂ ਫੀਲ ਕਰਦਾ, ਤੇ ਬੋਝ ਨਹੀਂ ਫੀਲ ਕਰਦਾ। ਸੋ ਜ਼ਿਆਦਾਤਰ ਸਿੰਪਟਮ ਜਦੋਂ ਇਕੱਠੇ ਆਉਣ, ਤੇ ਜ਼ਿਆਦਾਤਰ ਜਦੋਂ ਟਾਈਮ ਲਾਈਨ ਨੂੰ ਮੀਟ ਕਰਨ,
ਤਾਂ ਡਿਪਰੈਸ਼ਨ ਦੀ ਪੋਸਿਬਿਲਿਟੀ ਬਣਦੀ ਹੈ। ਪੋਸਿਬਿਲਿਟੀ ਦਾ ਮਤਲਬ ਆ ਕਿ ਆਪਾਂ ਜਾ ਕੇ ਕਿਸੇ ਤੋਂ ਹੈਲਪ ਲਈਏ। ਸੋ ਜੇ ਉਹੋ ਜਿਹਾ ਬੰਦਾ ਕਹਿ ਲਓ ਮੇਰੇ ਕੋਲ ਜਾਂ ਕੋਈ ਹੋਰ ਮੈਂਟਲ ਹੈਲਥ ਪ੍ਰੋਵਾਈਡਰ ਕੋਲ ਆਵੇ ਜਾਂ ਕਿਸੇ ਥੈਰੇਪਿਸਟ ਕੋਲ ਆਵੇ, ਤਾਂ ਸਾਡੇ ਲਈ ਫਿਰ ਇਹ ਗੱਲ ਇਵੈਲੂਏਟ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿ ਵੀ ਇਹ ਜਿਹੜਾ ਥੱਕਿਆ ਹੋਇਆ ਫੀਲ ਕਰਦਾ ਹੈ, ਤਾਂ ਕਈ ਵਾਰ ਹੀਮੋਗਲੋਬਿਨ ਘਟੀ ਹੁੰਦੀ ਹੈ, ਬੰਦਾ ਬਹੁਤ ਥੱਕਿਆ ਫੀਲ ਕਰਦਾ ਵਾ। ਤੁਹਾਡੀ ਗੱਲ ਬਿਲਕੁਲ ਠੀਕ ਆ। ਜੇ ਕਿਸੇ ਨੂੰ ਲਿਵਰ ਦੀ ਬਿਮਾਰੀ ਆ ਜਾਂ ਬੰਦੇ ਨੂੰ ਹੋਰ ਕੋਈ ਮੈਡੀਕਲ ਪ੍ਰੋਬਲਮ ਆ, ਉਹਦੇ ਸਭ ਤੋਂ ਕਾਮਨ ਪ੍ਰੋਬਲਮ ਹੀ ਥਕਾਵਟ ਹੁੰਦੀ ਹੈ, ਵੀਕਨੈਸ ਜਾਂ ਫਟੀਗ ਜਿਹਨੂੰ ਆਪਾਂ ਕਹਿ ਦਿੰਦੇ ਆ। ਉਹਦੇ ਲਈ ਅਸੀਂ ਫਿਰ ਟੈਸਟ ਵੀ ਰეკਮੈਂਡ ਕਰਦੇ ਹਾਂ, ਮੈਡੀਕਲ ਹਿਸਟਰੀ ਲਈਦੀ ਆ ਕਿ ਵੀ ਕੋਈ ਹੋਰ ਕਾਰਨ ਹੈਗਾ ਵਾ ਜਿਹੜਾ ਇਹਨੂੰ ਐਕਸਪਲੇਨ ਕਰਦਾ ਵਾ। ਡਾਕਟਰ ਸਾਹਿਬ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਇੱਥੇ। ਜਦੋਂ ਬੰਦਾ ਇਸ ਤਰ੍ਹਾਂ ਫੀਲ ਕਰਦਾ ਜਿਹੜੇ ਤੁਸੀਂ ਸਿੰਪਟਮਸ ਦੱਸੇ ਆ, ਤਾਂ ਉਹ ਸਭ ਤੋਂ ਪਹਿਲਾਂ ਜਿਹੜਾ ਉਹਦਾ ਫਿਜ਼ੀਕਲ ਡਾਕਟਰ ਹੈ ਉਹਦੇ ਕੋਲ ਜਾਂਦਾ, ਠੀਕ ਹੈ ਜੀ, ਮੈਡੀਕਲ ਡਾਕਟਰ ਜਿਹੜਾ ਉਹਦੇ ਕੋਲ ਜਾਂਦਾ। ਤੁਹਾਡੇ ਤੱਕ ਬੰਦਾ ਕਦੋਂ ਪਹੁੰਚਦਾ, ਕਿਸ ਹਾਲਤ ਵਿੱਚ ਪਹੁੰਚਦਾ, ਉਹਨੂੰ ਡਾਕਟਰ ਰਿਕਮੈਂਡ ਕਰਦੇ ਨੇ ਜਾਂ ਬੰਦਾ ਖੁਦ ਹੀ ਮਤਲਬ ਤੁਹਾਡੇ ਤੱਕ ਅਪਰੋਚ ਕਰ ਸਕਦਾ? ਦੋਨੋਂ ਕੇਸਿਸ ਦੇ ਵਿੱਚ ਹੁੰਦਾ ਜੀ। ਕਈ ਵਾਰ ਉਹ ਆਪਣੇ ਮੈਡੀਕਲ ਡਾਕਟਰ ਕੋਲ ਜਾਂਦੇ ਨੇ ਤੇ ਮੈਡੀਕਲ ਡਾਕਟਰ ਉਹਨਾਂ ਦਾ ਬਲੱਡ ਟੈਸਟ ਕਰਦਾ। ਬਲੱਡ ਟੈਸਟ ਦੇ ਵਿੱਚ ਕਾਫੀ ਚੀਜ਼ਾਂ ਆ ਜਾਂਦੀਆਂ ਨੇ ਜਿਹੜੀਆਂ ਅਸੀਂ ਡਿਪਰੈਸ਼ਨ ਲਈ ਸਕਰੀਨ ਕਰਦੇ ਹਾਂ। ਇੱਕ ਥਾਇਰੋਇਡ ਦੀ ਬਿਮਾਰੀ ਹੁੰਦੀ ਹੈ। ਥਾਇਰੋਇਡ ਆਪਣੇ ਇੱਥੇ ਗਲੈਂਡ ਹੁੰਦਾ ਵਾ। ਜਿਹੜੇ ਬੰਦਿਆਂ ਦਾ ਥਾਇਰੋਇਡ ਕੰਮ ਨਹੀਂ ਕਰ ਰਿਹਾ ਹੁੰਦਾ, ਉਹਨਾਂ ਨੂੰ ਆਲਮੋਸਟ ਸਾਰੇ ਡਿਪਰੈਸ਼ਨ ਵਾਲੇ ਸਿੰਪਟਮ ਹੁੰਦੇ ਨੇ, ਪਰ ਉਹ ਹੁੰਦੇ ਥਾਇਰੋਇਡ ਕਰਕੇ ਨੇ। ਉਹ ਬਲੱਡ ਟੈਸਟ ਦੇ ਵਿੱਚ ਆ ਜਾਂਦੇ ਨੇ। ਸੋ ਜਦੋਂ ਮੈਡੀਕਲ ਡਾਕਟਰ ਨੇ ਰੂਲ ਆਊਟ ਕਰਤੇ, ਜਿਹਨੂੰ ਆਪਾਂ ਕਹਿੰਦੇ ਆ ਕੋਈ ਮੈਡੀਕਲ ਕਾਜ਼, ਫਿਰ ਉਹ ਸਾਡੇ ਕੋਲ ਕਈ ਵਾਰ ਪੇਸ਼ੈਂਟ ਭੇਜਦੇ ਨੇ ਕਿ ਮੈਨੂੰ ਲੱਗਦਾ ਇਹਨਾਂ ਨੂੰ ਸਾਈਕੀਐਟ੍ਰਿਕ ਬਿਮਾਰੀ ਹੈ, ਇਹਨਾਂ ਨੂੰ ਡਿਪਰੈਸ਼ਨ ਆ, ਤੇ ਉਹਦਾ ਇਲਾਜ ਤੁਸੀਂ ਅੱਗੇ ਕਰੋ। ਟ੍ਰੀਟ ਕਰ ਦਈਏ, ਮਤਲਬ ਡਾਇਗਨੋਸਿਸ ਤੇ ਟ੍ਰੀਟਮੈਂਟ ਪ੍ਰੋਵਾਈਡ ਕਰੀਏ ਪਹਿਲਾਂ। ਲੈਟਸ ਬੀ ਸ਼ੋਰ ਕਿ ਇਹਦਾ ਕੋਈ ਮੈਡੀਕਲ ਕਾਰਨ ਤਾਂ ਨਹੀਂ ਹੈਗਾ। ਸੋ ਆਈ ਥਿੰਕ ਦੋਨੋਂ ਕੇਸ। ਜੀ ਡਾਕਟਰ ਸਾਹਿਬ, ਇਹਦੇ ਵਿੱਚ ਕਿਸ ਸਟੇਜ ਤੇ ਜਾ ਕੇ ਜਿਹੜਾ ਇਲਾਜ ਆ ਉਹ ਸੰਭਵ ਹੈ ਕਿ ਜਿਹੜਾ ਰੋਗੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਹੋ ਸਕਦਾ? ਕਿਹੜੀ ਸਟੇਜ ਆ ਉਹ? ਸੋ ਡਿਪਰੈਸ਼ਨ ਦਾ ਇਲਾਜ ਕਿਸੇ ਵੀ ਸਟੇਜ ਤੇ ਹੋ ਸਕਦਾ ਵਾ, ਤੇ ਪੂਰਾ ਵੀ ਹੋ ਸਕਦਾ ਵਾ। ਉਹਨੂੰ ਅਸੀਂ ਕਹਿੰਦੇ ਆ ਕਿ ਮੈਡੀਕਲ ਟਰਮ ਆਪਾਂ ਉਹਦੇ ਲਈ ਯੂਜ਼ ਕਰਦੇ ਆ ਕਿ ਬੰਦਾ ਰਿਮਿਸ਼ਨ, ਤੁਸੀਂ ਬਿਮਾਰੀ ਨੂੰ ਇੰਪਰੂਵ ਕਰਕੇ ਰਿਮਿਟ ਕਰ ਦਿਓ ਇੱਕ ਤਰੀਕੇ ਨਾਲ, ਉਹ ਮੈਡੀਕਲ ਟਰਮ ਹੁੰਦਾ ਵਾ। ਤੇ ਉਹ ਬੰਦੇ ਫਿਰ ਦੇ ਗੈਟ ਬੈਟਰ ਫਰਮ ਦੇਅਰ। ਪਰ ਉਹ ਬੇਸਿਕਲੀ ਅਸੀਂ ਆਹ ਕਵਾਂਗੇ ਕਿ ਉਹ ਕਿਹੜੇ ਕਾਰਨ ਕਰਕੇ ਡਿਪਰੈਸ਼ਨ ਹੋਈ। ਜੇ ਬੰਦੇ ਨੂੰ ਡਿਪਰੈਸ਼ਨ ਹੈਗੀ ਆ, ਕਹਿ ਲਓ ਕਿ ਫਾਈਨੈਂਸ਼ੀਅਲ, ਪੈਸੇ ਪੂਸੇ ਦੇ ਕਰਕੇ ਉਹਨੂੰ ਟੈਨਸ਼ਨ ਹੈਗੀ ਆ, ਤੇ ਉਹਨੂੰ ਆਪਾਂ ਜੇ ਠੀਕ ਵੀ ਕਰਦੇ ਦਵਾਈ ਨਾਲ, ਉਹਦੀ ਉਹ ਟੈਨਸ਼ਨ ਤਾਂ ਨਾ ਗਈ, ਰਾਈਟ? ਉਹਨੂੰ ਉਹੀ ਤਕਲੀਫ ਤਾਂ ਹੈਗੀ ਹੈ ਕਿ ਉਹਨੇ ਘਬਰਾਉਂਦੇ ਰਹਿਣਾ ਕਿ ਮੈਂ ਆਪਣੀ ਫੈਮਿਲੀ ਲਈ ਕਿੱਦਾਂ ਪ੍ਰੋਵਾਈਡ ਕਰਾਂ। ਉਹੋ ਜਿਹਾ ਬੰਦਾ ਕਈ ਵਾਰ ਪੂਰਾ ਠੀਕ ਨਹੀਂ ਹੁੰਦਾ, ਪਰ ਉਹਦੀ ਜਨਰਲ ਸਟੇਟ ਆਪਾਂ ਥੋੜੀ ਇੰਪਰੂਵ ਕਰ ਦਿੰਦੇ ਆ ਕਿ ਉਹ ਆਪਣੀਆਂ ਦੁੱਖ ਤਕਲੀਫਾਂ ਦੇ ਨਾਲ ਜੂਝ ਸਕੇ, ਅੱਗੇ ਕੋਸ਼ਿਸ਼ ਕਰ ਸਕੇ, ਆਪਣੇ ਪਰਿਵਾਰ ਦੀ ਤੇ ਆਪਣੀ ਜਿਹੜੀ ਹੈਗੀ ਆ ਡੇ ਟੂ ਡੇ ਇੰਪਰੂਵਮੈਂਟ ਹੋ ਸਕੇ। ਸੋ ਵਟ ਲੈਵਲ ਤੱਕ ਆਪਾਂ ਇੰਪਰੂਵਮੈਂਟ ਕਰਦੇ ਆ, ਉਹ ਜ਼ਿਆਦਾਤਰ ਉਹਦੇ এনवायरमेंटਲ ਫੈਕਟਰ। ਦੂਜੀ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਉਹ ਹੈਗੀ ਜੈਨੇਟਿਕਸ। ਜੇ ਤੁਹਾਡੀ ਫੈਮਿਲੀ ਦੇ ਵਿੱਚ ਵੱਡੀ ਡਿਪਰੈਸ਼ਨ ਦੀ ਹਿਸਟਰੀ ਆ, ਤੁਹਾਡੇ ਪੇਰੈਂਟਸ ਨੂੰ ਹੋਈ, ਤੁਹਾਡੇ ਬ੍ਰਦਰ ਸਿਸਟਰ ਭੈਣ ਭਰਾਵਾਂ ਨੂੰ ਠੀਕ ਹੀ ਰਹੇ ਉਦੋਂ ਬਾਅਦ। ਤੇ ਕਈ ਬੰਦੇ ਹੁੰਦੇ ਨੇ ਕਿ ਉਹ ਜਦੋਂ ਵੀ ਕਿਤੇ ਦਵਾਈ ਘਟਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਕੋਈ ਹੋਰ ਨਵਾਂ ਸਟ੍ਰੈਸ ਆ ਜਾਂਦਾ ਵਾ, ਤਾਂ ਉਹਨਾਂ ਦੀ ਡਿਪਰੈਸ਼ਨ ਵਰਸਨ ਹੋ ਜਾਂਦੀ ਆ। ਸੋ ਉਹੋ ਜਿਹੇ ਬੰਦੇ ਲਈ ਆਪਣੀ ਟ੍ਰੀਟਮੈਂਟ ਟੀਮ, ਜੋ ਕਿ ਭਾਵੇਂ ਸਾਈਕਾਇਟਰਿਸਟ ਹੋਵੇ ਜਾਂ ਥੈਰੇਪਿਸਟ ਹੋਵੇ, ਉਹਨਾਂ ਦੇ ਨਾਲ ਜ਼ਿਆਦਾ ਰੈਗੂਲਰਲੀ ਫੋਲੋ ਅਪ ਕਰਨਾ ਪੈਂਦਾ ਵਾ। ਜੀ ਡਾਕਟਰ ਸਾਹਿਬ, ਕੈਂਸਰ ਜਿਹੜਾ ਆ ਬੜੀ ਨਾਮੁਰਾਦ ਬਿਮਾਰੀ ਆ ਦੁਨੀਆ ਦੇ ਵਿੱਚ। ਹਾਲੇ ਤੱਕ ਵੀ ਉਹਨੂੰ ਨੰਬਰ 1 ਕਿਲਰ ਦੇ ਵਜੋਂ ਜਾਣਿਆ ਜਾਂਦਾ, ਤੇ ਇਸ ਤੋਂ ਬਾਅਦ ਪਹਿਲੇ ਜਾਂ ਦੂਜੇ ਨੰਬਰ ਤੇ ਸ਼ਾਇਦ ਹਾਰਟ ਅਟੈਕ ਆਉਂਦਾ, ਤੇ ਇਸ ਤੋਂ ਬਾਅਦ ਜਿਹੜਾ ਆ ਰਿਹਾ ਹੈ ਉਹ ਆਮ ਕਿਹਾ ਜਾਂਦਾ ਕਿ ਉਹ ਡਿਪਰੈਸ਼ਨ ਆ। ਤੁਸੀਂ ਕੀ ਸੋਚਦੇ ਹੋ ਵੀ ਇਹ ਦੁਨੀਆ ਭਰ ਦੇ ਵਿੱਚ ਕਿੰਨਾ ਕੁ ਵੱਡਾ ਖਤਰਾ ਆ ਕੈਂਸਰ ਦੇ ਮੁਕਾਬਲੇ ਤੇ? ਸੋ ਆਈ ਥਿੰਕ ਜਿਵੇਂ ਇਹਨੂੰ ਨੰਬਰ 3 ਕਾਜ਼ ਆਫ ਡਿਸੇਬਿਲਿਟੀ ਕਿਹਾ ਜਾਂਦਾ ਵਾ, ਰਾਈਟ? ਕਿ ਬੰਦਾ ਬਿਮਾਰੀ ਦੇ ਵਿੱਚੋਂ ਜੂਝ ਰਿਹਾ ਵਾ, ਠੀਕ ਨਹੀਂ ਹੋ ਸਕਦਾ, ਤੇ ਉਹਦਾ ਆਪਣੇ ਯੋਗਦਾਨ, ਜਿਹਨੂੰ ਆਪਾਂ ਕਵਾਂਗੇ ਆਪਣੀ ਫੈਮਿਲੀ ਲਈ ਜਾਂ ਸੋਸਾਇਟੀ ਲਈ, ਉਹ ਯੋਗਦਾਨ ਉਹ ਰਿਲਾਇਬਲੀ ਨਹੀਂ ਕਰ ਸਕਦੇ। ਉਹਦੇ ਕਰਕੇ ਉਹ ਬੰਦੇ ਨੂੰ ਡਿਸੇਬਿਲਿਟੀ ਹੋ ਜਾਂਦੀ ਹੈ ਡਿਪਰੈਸ਼ਨ ਦੀ। ਨਾਓ ਕੈਂਸਰ ਅਨਫੋਰਚੂਨੇਟਲੀ ਇਹੋ ਜਿਹੀ ਚੀਜ਼ ਆ ਕਿ ਜੇ ਤੁਸੀਂ ਉਹਦਾ ਇਲਾਜ ਕਰੋ ਜਾਂ ਨਾ ਕਰੋ, ਕਿ ਉਹ ਬੰਦੇ ਦੀ ਕਈ ਵਾਰ ਡੈਥ ਇਜ਼ ਦ ਐਂਡ ਰਿਜ਼ਲਟ। ਪਰ ਡਿਪਰੈਸ਼ਨ ਦੇ ਕੇਸਿਸ ਦੇ ਵਿੱਚ ਈਵਨ ਦੋ ਸੁਸਾਈਡ ਹੁੰਦਾ ਵਾ, ਪਰ ਜਿਹੜੇ ਸੁਸਾਈਡ ਦੇ ਕੇਸਿਸ ਨੇ ਉਹ ਇੰਨੇ ਕਾਮਨ ਨਹੀਂ ਹੈਗੇ। ਲਾਈਕ ਡਿਪਰੈਸ਼ਨ ਇੱਕ ਚੀਜ਼ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਪ੍ਰੈਵਲੈਂਸ, ਉਹ ਕਿੰਨੀ ਕਾਮਨ ਹੈਗੀ ਆ ਸੋਸਾਇਟੀ ਦੇ ਵਿੱਚ ਕੰਪੇਅਰ ਟੂ ਉਹ ਜਿੰਨੇ ਕੇਸਿਸ ਨੂੰ ਸੁਸਾਈਡ ਹੁੰਦਾ ਵਾ, ਦੈਟ ਇਜ਼ ਵੈਰੀ ਰੇਅਰ। ਤੇ ਆਈ ਥਿੰਕ ਉੱਥੇ ਆਪਾਂ
ਆਪਣੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਵਾ ਕਿ ਆਪਾਂ ਜੇ ਡਿਪਰੈਸ਼ਨ ਦਾ ਇਲਾਜ ਕਰੀਏ ਤਾਂ ਵੀ ਕੈਨ ਆਲਮੋਸਟ ਐਲੀਮੀਨੇਟ ਕਿ ਜਿਹੜੇ ਬੰਦੇ ਡਿਪਰੈਸ਼ਨ ਕਰਕੇ ਜਿਨ੍ਹਾਂ ਦੀ ਡੈਥ ਹੁੰਦੀ ਆ। ਦੂਸਰੀ ਚੀਜ਼ ਹੁੰਦੀ ਆ ਕਿ ਉਹ ਬੰਦੇ ਨੂੰ ਆਪਾਂ ਕਿੰਨਾ ਕੁ ਇੰਪਰੂਵ ਕਰ ਸਕਦੇ ਆ ਉਹਦੀ ਲਾਈਫ ਨੂੰ, ਕਿ ਉਹ ਆਪਣਾ ਟਾਈਮ ਡਿਪਰੈਸ਼ਨ 'ਚ ਨਾ ਗਵਾਵੇ। ਉਹ ਜਿਹੜੇ ਡਿਸੇਬਿਲਿਟੀ ਈਅਰਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਕਿੱਦਾਂ ਉਹਦੇ ਰਿਡਿਊਸ ਹੋ ਜਾਣ ਤੇ ਉਹ ਬੰਦਾ ਕਿੰਨਾ ਪ੍ਰੋਡਕਟਿਵ ਮੈਂਬਰ ਆਫ ਸੋਸਾਇਟੀ ਹੋ ਜਾਏ। ਜੀ ਥੈਂਕ ਯੂ ਡਾਕਟਰ ਜੀ। ਇਸ ਤੋਂ ਪਹਿਲਾਂ ਕਿ ਮੈਂ ਅਗਲੇ ਕੁਐਸਚਨ ਤੇ ਆਵਾਂ, ਸਾਡੇ ਜਿੰਨੇ ਵੀ ਫਰੈਂਡਸ ਜਿੰਨੇ ਵੀ ਫੇਸਬੁੱਕ ਲਾਈਵ ਵਾਚ ਕਰ ਰਹੇ ਆ ਉਹਨਾਂ ਨੂੰ ਬੇਨਤੀ ਹੈ ਵੀ ਉਹ ਆਪਣੇ ਆਪਣੇ ਫੇਸਬੁੱਕ ਜਿਹੜੇ ਉਹਨਾਂ ਦੇ ਲਾਈਵ ਦੇਖ ਰਹੇ ਆ ਉੱਥੇ ਤੁਹਾਨੂੰ ਆਪਸ਼ਨ ਆਉਂਦੀ ਆ ਸ਼ੇਅਰ ਦੀ, ਪਲੀਜ਼ ਸ਼ੇਅਰ ਜ਼ਰੂਰ ਪ੍ਰੈਸ ਕਰ ਦਿਓ ਕਿਉਂਕਿ ਇਹ ਜਿਹੜੀ ਸਮੱਸਿਆ ਆ ਇਹ ਹਰ ਇੱਕ ਬੰਦੇ ਦੀ ਆ ਤੇ ਸਹਾਇਤਾ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਉਹ ਇਹ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਬਿਮਾਰੀ ਜਿਹੜੀ ਆ ਇਹ ਜਿਵੇਂ ਵਿਸ਼ਵ ਵਿਆਪੀ ਇਹ ਫੈਲੀ ਹੋਈ ਆ ਉਸੇ ਤਰ੍ਹਾਂ ਸਾਡੀ ਕਮਿਊਨਿਟੀ ਵੀ ਇਹਦੇ ਤੋਂ ਕੋਈ ਬਚੀ ਹੋਈ ਨਹੀਂ ਗੀ। ਸੋ ਇਹ ਜਿਹੜਾ ਮੈਸੇਜ ਆ ਉਹ ਹਰ ਇੱਕ ਪੰਜਾਬੀ ਤੱਕ, ਹਰ ਇੱਕ ਕਹਿ ਲਓ ਮਨੁੱਖ ਤੱਕ ਪਹੁੰਚਣਾ ਜ਼ਰੂਰੀ ਆ। ਸੋ ਜਿੰਨੇ ਵੀ ਤੁਸੀਂ ਜੁੜੇ ਹੋਏ ਹੋ ਲਾਈਵ ਦੇ ਉੱਤੇ ਵਾਚ ਕਰ ਰਹੇ ਹੋ ਤੁਹਾਨੂੰ ਪਲੀਜ਼ ਬੇਨਤੀ ਆ ਕਿ ਤੁਸੀਂ ਸਾਰੇ ਦੇ ਸਾਰੇ ਪਲੀਜ਼ ਸ਼ੇਅਰ ਦਾ ਬਟਨ ਜਿਹੜਾ ਜ਼ਰੂਰ ਦੱਬ ਦਿਓ ਤਾਂ ਕਿ ਇਹ ਜਿਹੜੀ ਗੱਲਬਾਤ ਹੈ ਇਹਨੂੰ ਵੱਧ ਤੋਂ ਵੱਧ ਲੋਕ ਦੇਖ ਸਕਣ। ਰਿਕਾਰਡਿੰਗ ਆ ਬਾਅਦ ਚ ਵੀ ਤੁਸੀਂ ਦੇਖ ਸਕਦੇ ਹੋ, ਪਰ ਜਿਹੜੇ ਹੁਣ ਦੇਖ ਸਕਦੇ ਆ ਉਹ ਜ਼ਰੂਰ ਸ਼ੇਅਰ ਕਰ ਦਿਓ। ਮੈਂ ਫਿਰ ਇੱਕ ਵਾਰ ਦੱਸ ਦਿਆਂ ਕਿ ਸਹਾਇਤਾ ਜਿਹੜੀ ਸਮਾਜ ਸੇਵੀ ਸੰਸਥਾ ਆ ਉਹਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਔਰ ਸਾਡੇ ਬਹੁਤ ਸਾਰੇ ਜਿਹੜੇ ਡਾਕਟਰਸ ਨੇ, ਸਾਈਕੈਟਰਿਸਟ ਹੈ, ਉਹਨਾਂ ਦਾ ਧੰਨਵਾਦ ਕਰਨਾ ਬਣਦਾ ਕਿ ਉਹ ਬਹੁਤ ਹੀ ਤਨਦੇਹੀ ਦੇ ਨਾਲ ਇਸ ਸੇਵਾ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਆ। ਤੇ ਮੈਂ ਦੇਖ ਰਿਹਾ ਡਾਕਟਰ ਹੈਰੀ ਸੇਖੋਂ ਸਾਹਿਬ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਸੈਮੀਨਾਰਸ ਦੇ ਵਿੱਚ ਔਰ ਹੋਰ ਜਿੰਨੇ ਵੀ ਕਮਿਊਨਿਟੀ ਦੇ ਕੰਮ ਹੈਗੇ ਆ ਉਹਨਾਂ ਦੇ ਵਿੱਚ ਜਿੱਥੇ ਵੀ ਉਹਨਾਂ ਦੀ ਲੋੜ ਹੁੰਦੀ ਆ। ਸੋ ਡਾਕਟਰ ਸਾਹਿਬ ਤੁਹਾਡਾ ਮੈਂ ਇੱਕ ਵਾਰ ਫਿਰ ਤੋਂ ਧੰਨਵਾਦ ਕਰਦਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਇਸ ਦੇ ਨਾਲ ਹੀ ਆਪਾਂ ਅੱਗੇ ਵਧਦੇ ਹਾਂ ਕਿ ਦੁਨੀਆ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਜਿਹੜੀ ਉਹ ਕੰਟਰੀ ਵਾਈਜ਼ ਵੀ ਘੱਟ ਵੱਧ ਹੁੰਦੀ ਆ ਤਾਂ ਕਮਿਊਨਿਟੀਜ਼ ਦੇ ਵਿੱਚ, ਭਾਈਚਾਰਿਆਂ ਦੇ ਵਿੱਚ ਵੀ ਵੱਧ ਹੁੰਦੀ ਆ। ਕਈ ਜਿਹੜੇ ਰੰਗਦਾਰ ਕਾਲੇ ਰੰਗ ਦੇ ਭਾਈਚਾਰੇ ਆ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਵੱਧ ਪਾਈਆਂ ਜਾਂਦੀਆਂ, ਏਸ਼ੀਅਨ ਲੋਕਾਂ 'ਚ ਵੱਧ ਪਾਈਆਂ ਜਾਂਦੀਆਂ, ਕੁਝ ਜਿਹੜੇ ਅਮਰੀਕਨ ਨੇਟਿਵ ਆ ਇਹਨਾਂ ਦੇ ਵਿੱਚ ਪਾਈਆਂ ਜਾਂਦੀਆਂ, ਅਮਰੀਕਾ ਦੇ ਵਿੱਚ ਰਹਿ ਰਹੇ ਲੋਕਾਂ 'ਚ ਪਾਈਆਂ ਜਾਂਦੀਆਂ। ਸੋ ਡਾਕਟਰ ਸਾਹਿਬ ਸਵਾਲ ਮੇਰਾ ਇਹ ਹੈ ਕਿ ਜਿਵੇਂ ਅਸੀਂ ਇਸ ਨੂੰ ਬੜਾ ਅਣਗੌਲਿਆ ਜਿਹਾ ਵਿਸ਼ਾ ਸਮਝਦੇ ਹਾਂ ਜਿਹੜੀ ਸਟ੍ਰੈਸ ਹੈ ਜਾਂ ਡਿਪਰੈਸ਼ਨ ਆ, ਤੇ ਸਾਡੇ ਵਿੱਚ ਸਾਡੀ ਕਮਿਊਨਿਟੀ ਦੇ ਵਿੱਚ ਖਾਸ ਤੌਰ ਤੇ ਇੰਡੀਆ ਕਹਿ ਲਓ ਜਾਂ ਪੰਜਾਬੀਆਂ ਦੀ ਕਮਿਊਨਿਟੀ ਦੇ ਵਿੱਚ ਇਹ ਮਤਲਬ ਕਿੱਥੋਂ ਕੁ ਤੱਕ ਇਹ ਜਿਹੜੀ ਬਿਮਾਰੀ ਆ ਉਹ ਖਤਰਨਾਕ ਹੋ ਸਕਦੀ ਆ ਜਾਂ ਕਿਸ ਹੱਦ ਤੱਕ ਪਹੁੰਚ ਚੁੱਕੀ ਆ? ਆਈ ਥਿੰਕ ਕਾਫੀ ਹੱਦ ਤੱਕ ਪਹੁੰਚ ਚੁੱਕੀ ਆ ਤੇ ਹਮੇਸ਼ਾ ਹੀ ਰਹੀ ਆ। ਇਹ ਸੋਚਣ ਵਾਲੀ ਮਤਲਬ ਸਮਝਣ ਵਾਲੀ ਗੱਲ ਆ ਕਿ ਡਿਪਰੈਸ਼ਨ ਦੇ ਰੇਟ ਭਾਵੇਂ ਆਪਾਂ ਰੰਗ ਦੇ ਹਿਸਾਬ ਨਾਲ ਕਹਿ ਲਈਏ ਗੋਰਿਆਂ ਦੇ ਵਿੱਚ ਜਾਂ ਕਾਲਿਆਂ ਦੇ ਵਿੱਚ ਜਾਂ ਆਪਣੇ ਇੰਡੀਅਨਸ ਦੇ ਵਿੱਚ ਜਾਂ ਏਸ਼ੀਅਨਸ ਦੇ ਵਿੱਚ ਜਾਂ ਨੇਟਿਵਸ ਦੇ ਵਿੱਚ, ਡਿਪਰੈਸ਼ਨ ਦੇ ਰੇਟ ਆਪਾਂ ਦੇਖੇ ਨੇ ਅਰਾਊਂਡ ਦ ਸੇਮ ਨੇ। 19% ਬੰਦਿਆਂ ਨੂੰ ਹੀ ਡਿਪਰੈਸ਼ਨ ਹੁੰਦੀ ਆ ਹਰੇਕ ਕਮਿਊਨਿਟੀ ਦੇ ਵਿੱਚ, ਪਰ ਕਿਸ ਹੱਦ ਤੱਕ ਹੁੰਦੀ ਆ ਉਹ ਡਿਫਰੈਂਸ ਹੋ ਸਕਦਾ ਵਾ ਕਈ ਚੀਜ਼ਾਂ ਤੇ, ਐਜੂਕੇਸ਼ਨਲ ਲੈਵਲ ਤੇ, ਜਿਹੜੀਆਂ ਉਹਨਾਂ ਕੋਲ ਸਹੂਲਤਾਂ ਨੇ ਉਹਦੇ ਬੇਸਿਸ ਤੇ, ਜਿੰਨੀ ਉਹਨਾਂ ਨੂੰ ਸਪੋਰਟ ਮਿਲਦੀ ਆ। ਇੱਕ ਤਰੀਕੇ ਨਾਲ ਸਹਾਇਤਾ ਦੇ ਨਾਲ ਆਪਾਂ ਜਾਂ ਹੋਰ ਆਰਗੇਨਾਈਜੇਸ਼ਨਾਂ ਦੇ ਸੰਸਥਾਵਾਂ ਦੇ ਨਾਲ ਆਪਾਂ ਲੋਕਾਂ ਤੱਕ ਸਪੋਰਟ ਪਹੁੰਚਾਉਣਾ ਚਾਹੁੰਦੇ ਆ ਕਿ ਜਿਹੜੇ ਆਪਣੇ ਭੈਣ ਭਰਾ ਇਹਦੇ ਨਾਲ ਜੂਝ ਰਹੇ ਨੇ, ਜੇ ਉਹਨਾਂ ਨੂੰ ਇਹਦੇ ਬਾਰੇ ਪਤਾ ਹੋਵੇ, ਜੇ ਉਹਨਾਂ ਨੂੰ ਪਤਾ ਹੋਵੇ ਕਿ ਮੈਂ ਕਿੱਥੇ ਜਾਣਾ ਜੇ ਮੈਨੂੰ ਡਿਪਰੈਸ਼ਨ ਹੈਗੀ ਆ, ਇਹਦਾ ਇਲਾਜ ਕਿੱਦਾਂ ਹੁੰਦਾ ਵਾ ਤੇ ਕਿਸ ਹੱਦ ਤੱਕ ਇਹ ਠੀਕ ਹੋ ਜਾਂਦੀ ਆ, ਤਾਂ ਉਹੋ ਜਿਹਾ ਬੰਦਾ ਮੋਰ ਲਾਈਕਲੀ ਆ ਆਪਣੀ ਡਿਪਰੈਸ਼ਨ ਤੋਂ ਇੰਪਰੂਵ ਕਰਨ ਲਈ। ਪਰ ਇਹ ਅਸੀਂ ਦੇਖਿਆ ਕਿ ਸਾਰੀਆਂ ਸੁਸਾਇਟੀਆਂ ਦੇ ਵਿੱਚ, ਸਾਰੇ ਮੁਲਕਾਂ ਦੇ ਵਿੱਚ ਡਿਪਰੈਸ਼ਨ ਦੇ ਰੇਟ ਉਨੇ ਕੀ ਨੇ, ਇੰਨੇ ਜ਼ਿਆਦਾ ਨਹੀਂ ਹੈਗੇ। ਠੀਕ ਹੈ ਜੀ। ਜਿਵੇਂ ਸਹਾਇਤਾ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ, ਤੁਸੀਂ ਵੀ ਸਪੋਰਟ ਕਰ ਰਹੇ ਹੋ, ਜਾਗਰੂਕ ਕਰ ਰਹੇ ਹੋ ਕਮਿਊਨਿਟੀ ਨੂੰ, ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਸਾਡੀ ਕਮਿਊਨਿਟੀ ਦੇ ਵਿੱਚੋਂ ਇਸ ਸਬਜੈਕਟ ਨੂੰ, ਇਸ ਸਹਾਇਤਾ ਦੀ, ਇਸ ਐਫਰਟ ਨੂੰ ਕਿੰਨਾ ਕੁ ਹੁੰਗਾਰਾ ਮਿਲ ਰਿਹਾ? ਆਈ ਥਿੰਕ ਐਫਰਟ ਨੂੰ ਹੁੰਗਾਰਾ ਹਜੇ ਲਿਮਿਟਡ ਮਿਲ ਰਿਹਾ। ਆਪਣੇ ਲੋਕਾਂ ਨੂੰ ਕਾਫੀ ਝਿਜਕ ਆ ਇਸ ਗੱਲ ਦੇ ਬਾਰੇ ਗੱਲ ਕਰਨ ਲਈ, ਜਾਂ ਜਿਵੇਂ ਅਸੀਂ ਸੈਮੀਨਾਰ ਕਰਦੇ ਹੁੰਦੇ ਸੀਗੇ, ਅਸੀਂ ਟ੍ਰੇਸੀ ਦੇ ਵਿੱਚ, ਮਿਲਪੀਟਸ ਦੇ ਵਿੱਚ, ਸੈਕਰਾਮੈਂਟੋ ਦੇ ਵਿੱਚ ਥੋੜ੍ਹੀ ਜਿਹੀ ਸੈਮੀਨਾਰ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਕਈ ਵਾਰ ਜਿਹੜੇ ਆਪਣੇ ਵੋਲੰਟੀਅਰ ਹੁੰਦੇ ਸੀਗੇ ਉਹ ਆਡੀਅנס ਨਾਲੋਂ ਜ਼ਿਆਦਾ ਹੁੰਦੇ ਸੀਗੇ। ਸੋ ਆਈ ਥਿੰਕ ਤੁਹਾਨੂੰ ਪਤਾ ਤੇ ਆ ਨਹੀਂ ਕਿ ਲੋਕਾਂ ਨੂੰ ਪਤਾ ਨਹੀਂ ਸੀਗਾ। ਗੁਰਦੁਆਰਿਆਂ ਦੇ ਵਿੱਚ ਪੋਸਟਰ ਲੱਗਦੇ ਹੁੰਦੇ ਸੀਗੇ, ਫੇਸਬੁੱਕ ਦੇ ਉੱਤੇ ਵੀ ਐਡ ਜਾਂਦੀ ਸੀ,
ਆਈ ਥਿੰਕ ਹਜੇ ਵੀ ਲੋਕਾਂ ਨੂੰ ਆ ਹੁੰਦਾ ਕਿ ਕੋਈ ਮੈਨੂੰ ਇਹੋ ਜਿਹੇ ਸੈਮੀਨਾਰ ਤੇ ਦੇਖ ਨਾ ਲਵੇ, ਨਾ ਬੰਦਾ ਆਪਣੀ ਹੀ ਝਿਜਕ ਕਰਕੇ ਜਾਣਾ ਨਹੀਂ ਚਾਹੁੰਦਾ। ਇਹਨੂੰ ਬੜਾ ਲੋਕੀ ਪ੍ਰਾਈਵੇਟ ਰੱਖਣਾ ਚਾਹੁੰਦੇ ਨੇ। ਪੰਜਾਬ ਦੇ ਵਿੱਚ ਵੀ ਆਪਾਂ ਦੇਖਿਆ ਜਿਹੜੇ ਖਾਨਦਾਨਾਂ ਦੇ ਵਿੱਚ ਕਿਸੇ ਨੂੰ ਡਿਪਰੈਸ਼ਨ ਆ ਜਾਂ ਪਾਗਲਪਨ ਆ ਜਾਂ ਘਬਰਾਹਟ ਦੇ ਵੱਡੇ ਰੋਗ ਨੇ, ਉਹ ਲੋਕੀ ਅੰਦਰ ਅੰਦਰ ਹੀ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਜਦਕਿ ਜੇ ਕਿਸੇ ਨੂੰ ਹਾਰਟ ਅਟੈਕ ਹੋ ਲਵੇ, ਸਾਰੇ ਪਿੰਡ ਨੂੰ ਅਗਲੇ ਦਿਨ ਪਤਾ ਹੁੰਦਾ ਤੇ ਬੜਾ ਬੰਦਾ ਟੌਰ ਨਾਲ ਦੱਸਦਾ ਕਿ ਬਈ ਉਹ ਇਦਾਂ ਠੀਕ ਹੋਇਆ ਤੇ ਕਿਹੜੇ ਹਸਪੀਟਲ ਲੈ ਕੇ ਗਏ ਤੇ ਉਹਦਾ ਕਿੱਦਾਂ ਇਲਾਜ ਹੋਇਆ। ਸੋ ਆਈ ਥਿੰਕ ਉਹ ਜਿਹੜੀ ਟੈਬੂ ਹੈਗਾ ਵਾ, ਜਿਹੜਾ ਸਟਿਗਮਾ ਹੈਗਾ ਵਾ ਮੈਂਟਲ ਹੈਲਥ ਦਾ, ਇਹ ਇੰਡੀਆ 'ਚ ਵੀ ਆ ਤੇ ਮੈਂ ਦੇਖਿਆ ਅਮਰੀਕਾ ਦੇ ਵਿੱਚ ਵੀ ਆ। ਪੰਜਾਬੀ ਕਮਿਊਨਿਟੀਆਂ ਹੁਣ ਇੱਥੇ, ਮੈਨੂੰ ਸੈਕਰਾਮੈਂਟੋ ਦੇ ਵਿੱਚ 15 ਸਾਲ ਹੋ ਗਏ ਤੇ ਮੈਂ ਇੱਥੇ ਪ੍ਰਾਈਵੇਟ ਪ੍ਰੈਕਟਿਸ ਕਰਦਾ ਵਾਂ। ਪਹਿਲਾਂ ਕਿਸੇ ਹੋਰ ਕੰਪਨੀ ਲਈ ਮੈਂ ਕੰਮ ਕਰਦਾ ਤੇ ਲੋਕੀ ਮੈਨੂੰ ਪੁੱਛਦੇ ਕਿ ਤੁਹਾਡੇ ਕੋਲ ਤਾਂ ਡਾਕਟਰ ਸਾਹਿਬ ਪੰਜਾਬੀ ਬਹੁਤ ਆਉਂਦੇ ਹੋਣਗੇ ਤੁਹਾਡਾ ਨਾਮ ਦੇਖ ਕੇ, ਤੇ ਮੇਰੇ ਕੋਲ ਗਿਣੇ ਚੁਣੇ ਪੰਜਾਬੀ ਪੇਸ਼ੈਂਟ ਨੇ। ਤੇ ਜਿਹੜੇ ਆਉਂਦੇ ਵੀ ਨੇ, ਮੈਨੂੰ ਲੱਗਦਾ ਉਹ ਰੋਡ ਬਲੌਕ ਹੈਗੇ ਨੇ ਕਿ ਜਿਹੜੇ ਐਜੂਕੇਟਡ ਨੇ, ਜਿਹੜੇ ਸਮਝਦੇ ਨੇ, ਜਿਨ੍ਹਾਂ ਨੂੰ ਪਤਾ ਕਿ ਕੀ ਕਰਨਾ, ਉਹ ਪਹੁੰਚ ਜਾਂਦੇ ਨੇ ਆਪਣੀ ਝਿਜਕ ਦੇ ਬਾਵਜੂਦ। ਪਰ ਬਾਕੀ ਬੰਦੇ ਚੁੱਪ ਹੀ ਰਹਿੰਦੇ ਨੇ ਤੇ ਉਹਨਾਂ ਦਾ ਫਿਰ ਉਦੋਂ ਪਤਾ ਲੱਗਦਾ ਜਦੋਂ ਕਈ ਵਾਰ ਉਹਨਾਂ ਦੀ ਹਾਲਤ ਇੰਨੀ ਮਾੜੀ ਹੋ ਜਾਂਦੀ ਹੈ ਕਿ ਉਹਨਾਂ ਨੂੰ ਹਸਪੀਟਲ ਜਾਣਾ ਪੈਂਦਾ। ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਆ। ਤੇ ਇੱਥੇ ਇਹ ਗੱਲ ਮੈਂ ਦਲਜੀਤ ਖਹਿਰਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਕੱਲ, ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਜਿਹੜੀ ਐਫਰਟ ਕਰ ਰਹੀ ਹੈ ਸਹਾਇਤਾ ਸੰਸਥਾ, ਜਿਹੜੇ ਸੈਮੀਨਾਰ ਹੋ ਰਹੇ ਆ, ਤੇ ਲੋਕਾਂ ਨੂੰ ਅਸੀਂ ਕਹਿੰਦੇ ਵੀ ਕੌਨਫੀਡੈਂਸ 'ਚ ਲੈਣਾ ਚਾਹੁੰਦੇ ਹਾਂ, ਅਸੀਂ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਤੁਸੀਂ ਜੇਕਰ ਮਹਿਸੂਸ ਕਰਦੇ ਹੋ ਕਿ ਇਹ ਜਿਹੜੀ ਗੱਲ ਹੈ ਤੁਹਾਡੀ, ਇਹਨੂੰ ਗੁਪਤ ਰੱਖਿਆ ਜਾਵੇ ਤਾਂ ਤੁਹਾਡੀ ਜੇ ਕੋਈ ਸਮੱਸਿਆ ਨੂੰ ਬਿਲਕੁਲ ਗੁਪਤ ਰੱਖਿਆ ਜਾਊਗਾ, ਕਿਸੇ ਦੇ ਨਾਲ ਵੀ ਉਹ ਸ਼ੇਅਰ ਨਹੀਂ ਕੀਤਾ ਜਾਊਗਾ। ਮੈਂ ਇਹਨੂੰ ਡਾਕਟਰ ਸਾਹਿਬ ਇੱਦਾਂ ਲੈਣਾ ਕਿ ਇਹਦੇ ਵਿੱਚ ਰੋਗੀ ਦਾ ਕੋਈ ਕਸੂਰ ਨਹੀਂਗਾ, ਕੋਈ ਕਸੂਰ ਨਹੀਂ। ਜੇਕਰ ਬੰਦਾ ਕੋਈ ਸਰੀਰਕ ਤੌਰ ਤੇ ਬਿਮਾਰ ਆ ਜਾਂ ਮਾਨਸਿਕ ਤੌਰ ਤੇ ਉਹਨੂੰ ਕੋਈ ਪਰੇਸ਼ਾਨੀ ਹੈਗੀ ਆ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਦੀ ਕਮਜ਼ੋਰੀ ਆ ਜਾਂ ਉਹਨੂੰ ਕੋਈ ਮਜ਼ਾਕ ਦਾ ਪਾਤਰ ਉਹਨੂੰ ਕੋਈ ਬਣਾਊਗਾ। ਆਈ ਡੋਂਟ ਥਿੰਕ ਸੋ ਇਹ ਇੱਕ ਕੁਦਰਤ ਦੇ ਵੱਲੋਂ ਕੋਈ ਘਾਟਵਾਦ ਹੋ ਗਈ ਸਰੀਰ ਦੇ ਵਿੱਚ, ਜਾਂ ਬੰਦੇ ਦੀ ਕੋਈ, ਤੁਸੀਂ ਕਹਿ ਲਓ ਵੀ ਕੋਈ ਘਾਟਾ ਵਾਧਾ ਹੋ ਗਿਆ ਉਹਦੇ ਨਾਲ, ਉਹਦੀ ਸੋਚ ਵਿੱਚ ਕੋਈ ਉਹਨੂੰ ਝਟਕਾ ਲੱਗ ਗਿਆ ਜਾਂ ਕਿਸੇ ਤਰ੍ਹਾਂ ਦਾ ਫਿਕਰ ਪੈ ਗਿਆ, ਤਾਂ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ। ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਸ਼ਰਮਿੰਦਗੀ ਦਾ ਵਾਇਜ਼ ਆ ਜਾਂ ਕਿਸੇ ਦਾ ਕੋਈ ਆਪਣਾ ਕਸੂਰ ਆ ਵੀ ਉਹ ਆਪਣੀ ਕਮਜ਼ੋਰੀ ਸਮਝੇ। ਸੋ ਇਹ ਵੀ ਸਾਡੇ ਲੋਕਾਂ ਨੂੰ ਮੈਂ ਬੇਨਤੀ ਕਰਦਾ, ਗੱਲ ਸਮਝਣੀ ਚਾਹੀਦੀ ਆ। ਪਰ ਇਸ ਤੋਂ ਅੱਗੇ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਸ ਦੀ ਗੱਲ ਜਿਹੜੀ ਆ ਉਸ ਨੂੰ ਗੁਪਤ ਰੱਖਿਆ ਜਾਵੇ ਜਾਂ ਉਹ ਸ਼ੋਅ ਨਹੀਂ ਕਰਨਾ ਚਾਹੁੰਦਾ, ਕਿਉਂਕਿ ਸਾਡੇ ਥੋੜਾ ਜਿਹਾ ਤਮਾਸ਼ਾ ਬਣਾਉਣ ਦਾ, ਜਿਵੇਂ ਕਮਿਊਨਿਟੀ ਦੇ ਵਿੱਚ ਇੱਕ ਤਰ੍ਹਾਂ ਦਾ ਕਹਿ ਲਓ ਕਿ ਇੱਕ ਬੈਡ ਕਲਚਰ ਹੈ ਜਿਹੜਾ ਬਹੁਤ ਵੱਡੇ ਪੱਧਰ ਤੇ ਆ, ਕਿ ਜਿਹੜਾ ਪੀੜਤ ਹੈ ਉਹਦਾ ਮਜ਼ਾਕ ਉਡਾਉਣਾ, ਤੇ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ, ਇਸ ਤੋਂ ਇਸੇ ਕਰਕੇ ਲੋਕ ਡਰਦੇ ਆ। ਸੋ ਇਹਦੇ 'ਚ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਡਰਨ ਵਾਲੀ ਕੋਈ ਗੱਲ ਨਹੀਂ ਗੀ। ਸਾਡਾ ਜੇ ਕੋਈ ਭੈਣ ਭਰਾ, ਕੋਈ ਸੱਜਣ ਮਿੱਤਰ, ਜੇਕਰ ਕੋਈ ਏਦਾਂ ਤੁਹਾਨੂੰ ਲੱਗਦਾ ਹੈ ਕਿ ਪਰੇਸ਼ਾਨ ਰਹਿੰਦਾ ਹੈ, ਜਾਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਚਾਟ ਰਹਿੰਦਾ, ਜਾਂ ਉਹਦੇ ਵਿੱਚ ਵਿਲ ਪਾਵਰ ਜਿਹੜੀ ਉਹਦੀ ਖਤਮ ਹੋ ਚੁੱਕੀ ਆ, ਤਾਂ ਉਹਨੂੰ ਲੱਗਦਾ ਕਿ ਉਹ ਕੁਝ ਨਹੀਂ ਕਰ ਸਕਦਾ, ਉਹਦਾ ਸਾਰਾ ਕੁਝ ਹੀ ਖਤਮ ਹੋ ਚੁੱਕਿਆ, ਤਾਂ ਵਿਲ ਪਾਵਰ ਹੈ ਨਹੀਂ ਗੀ, ਕੁਝ ਵੀ ਕਰਨ ਨੂੰ ਮਨ ਨਹੀਂ ਕਰਦਾ, ਤਾਂ ਜ਼ਰੂਰ ਤੁਸੀਂ ਉਹਦੀ ਹੈਲਪ ਕਰ ਸਕਦੇ ਹੋ। ਸਹਾਇਤਾ ਸੰਸਥਾ ਦਾ ਜਿਹੜਾ ਮਕਸਦ ਆ ਉਹ ਇਹੀ ਹੈ ਕਿ ਲੋਕ ਜਿਹੜੇ ਆ ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕੇ, ਆਮ ਲੋਕਾਂ ਤੱਕ ਗੱਲ ਪਹੁੰਚਾਈ ਜਾਵੇ, ਤਾਂ ਕਿ ਇਹੋ ਜਿਹੀ ਸਮੱਸਿਆ ਨੂੰ ਪਹਿਲੀ ਸਟੇਜ ਤੋਂ ਹੀ ਆਪਾਂ ਫੜ ਲਈਏ। ਇਹ ਨਾ ਹੋਵੇ ਕਿ ਮੁੜ ਕੇ ਫਿਊਨਰਲ ਤੇ ਗੱਲ ਹੋਵੇ ਕਿ ਲਾਸਟ ਸਟੇਜ ਤੇ ਪਤਾ ਨਹੀਂ ਲੱਗਿਆ ਸਾਨੂੰ ਲਾਸਟ ਸਟੇਜ ਸੀ, ਕਿਉਂਕਿ ਦੁਨੀਆ ਤੋਂ ਸਾਰਿਆਂ ਨੇ ਜਾਣਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਗਿਆ। ਪਰ ਇਦਾਂ ਦੀ ਜਦੋਂ ਮੌਤ ਹੁੰਦੀ ਆ ਤਾਂ ਫਿਰ ਉਹ ਦੁਖਦਾਈ ਹੁੰਦੀ ਆ। ਇਹ ਮੌਤ ਤਾਂ ਬੰਦੇ ਨੂੰ ਆਉਣੀ ਆ, ਪਰ ਬਹੁਤ ਸਾਰੀਆਂ ਹਾਲਾਤਾਂ ਦੇ ਵਿੱਚ ਸਾਡੇ ਕੋਲ ਸਾਈਕੈਟ੍ਰਿਕ ਵੀ ਤੇ ਮੈਡੀਕਲ ਵੀ, ਸਾਡੇ ਕੋਲ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਆ, ਉਹਨਾਂ ਦੀ ਵਰਤੋਂ ਕਰਕੇ, ਉਹਨਾਂ ਨੂੰ ਠੀਕ ਸਮੇਂ ਤੇ ਵਰਤ ਕੇ ਅਸੀਂ ਇਸ ਹਾਲਤ ਨੂੰ ਸੁਧਾਰ ਸਕਦੇ ਹਾਂ। ਇਸੇ ਕਰਕੇ ਹੀ ਸਹਾਇਤਾ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ। ਅਸੀਂ ਡਾਕਟਰ ਹੈਰੀ ਸੇਖੋਂ ਸਾਹਿਬ ਦੇ ਨਾਲ ਗੱਲ ਕਰ ਰਹੇ ਨੇ, ਸੈਕਰਾਮੈਂਟੋ ਤੋਂ ਸਾਈਕੈਟ੍ਰਿਸਟ ਨੇ। ਗੱਲ ਨੂੰ ਅੱਗੇ ਵਧਾਉਂਦੇ ਹਾਂ ਸੇਖੋਂ ਸਾਹਿਬ। ਬਾਕੀ ਜਿਹੜੀ ਇਹ ਸਮੱਸਿਆ ਆ, ਇਹਦਾ ਇਲਾਜ ਜਿਹੜਾ ਆ ਉਹਦਾ ਕੋਈ ਸਮਾਂ ਵੀ ਹੁੰਦਾ ਹੈ ਵੀ ਕਿਹੜੀ ਸਟੇਜ ਆ ਤੇ ਕਿੰਨਾ ਕੁ ਸਮਾਂ ਲੱਗਣਾ ਠੀਕ ਹੋਣ? ਹਾਂਜੀ, ਨਹੀਂ, ਬਹੁਤ ਵਧੀਆ ਕੁਐਸਚਨ। ਤੇ ਇੱਕ ਚੀਜ਼ ਜਿਹੜੀ ਮੈਂ ਇਹਦਾ ਆਨਸਰ ਕਰਨ ਤੋਂ ਪਹਿਲਾਂ ਦੁਬਾਰਾ ਐਕੋ ਕਰੂੰਗਾ, ਜਿਹੜੇ ਤੁਸੀਂ ਕਹੀ ਕਿ ਆਪਾਂ ਨੂੰ ਕਈ ਵਾਰ, ਜਿਹੜੇ ਬੰਦਿਆਂ ਨੂੰ ਨਹੀਂ ਵੀ ਡਿਪਰੈਸ਼ਨ ਹੈਗੀ, ਉਹਨਾਂ ਨੂੰ ਵੀ ਕਈ ਵਾਰ ਆ ਨਹੀਂ ਪਤਾ ਹੁੰਦਾ ਕਿ ਜਿਹਨੂੰ ਡਿਪਰੈਸ਼ਨ ਹੈ ਉਹਨੂੰ ਆਪਾਂ ਸਪੋਰਟ ਕਿੱਦਾਂ ਕਰੀਏ। ਜ਼ਿਆਦਾਤਰ ਮੈਂ ਦੇਖਿਆ ਲੋਕੀ ਕਹਿੰਦੇ ਨੇ ਕਿ ਨਹੀਂ ਯਾਰ, ਉਹ ਨਾ ਥੋੜਾ ਉਹਦੀ ਮੈਂਟਲ ਸਟੇਟ ਠੀਕ ਨਹੀਂ ਹੈਗੀ, ਆਪਾਂ ਉਹਨੂੰ ਬਾਦਰ ਨਾ ਕਰੀਏ, ਉਹਨੂੰ ਆਰਾਮ ਕਰਨ ਦਈਏ, ਜਦੋਂ ਉਹ ਬੈਟਰ ਹੋ ਜਾਊਗਾ। ਪਰ ਜਿਹੜੇ ਬੰਦੇ ਹੁਣ ਪਹਿਲਾਂ ਹੀ ਡਿਪਰੈਸ਼ਨ ਦੇ ਵਿੱਚ ਇਕੱਲੇ ਮਹਿਸੂਸ ਹੋ ਰਹੇ ਨੇ, ਉਹਨਾਂ ਨੂੰ ਅੱਗੇ ਹੀ ਲੱਗਦਾ ਕਿ ਕੋਈ ਉਹਨਾਂ ਬਾਰੇ ਕੇਅਰ ਨਹੀਂ ਕਰਦਾ,
ਕਿ ਉਹ ਸੋਸਾਇਟੀ ਨੂੰ ਕੰਟਰੀਬਿਊਟ ਨਹੀਂ ਕਰ ਰਹੇ, ਜਿਹੜੇ ਕਹਿ ਲਓ ਉਸ ਸਟੇਜ ਤੇ ਆ ਚੁੱਕੇ ਨੇ ਕਿ ਉਹ ਆਤਮ ਹੱਤਿਆ ਬਾਰੇ ਸੋਚ ਰਹੇ ਨੇ, ਉਹ ਬੰਦਾ ਡੈਸਪਰੇਟਲੀ ਕਿਸੇ ਫੋਨ ਕਾਲ ਜਾਂ ਕੋਈ ਬੈਲ ਮਾਰੇ, ਕੋਈ ਉਹਨਾਂ ਕੋਲ ਆਵੇ, ਉਹ ਹੋਪਫੁਲ ਹੁੰਦੇ ਨੇ ਕਿ ਕੁਝ ਚੇਂਜ ਹੋਊ। ਸੋ ਆਈ ਥਿੰਕ ਇਹ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੂੰਗਾ ਕਿ ਜੇ ਤੁਹਾਨੂੰ ਪਤਾ ਵਾ ਤੁਹਾਡੀ ਫੈਮਿਲੀ ਦੇ ਵਿੱਚ ਜਾਂ ਤੁਹਾਡੇ ਨੇਬਰਹੁੱਡ ਦੇ ਵਿੱਚ ਕੋਈ ਹੈ ਤਾਂ ਝਿਜਕੋ ਨਾ। The best thing you can do is ring the bell, phone करो, hello करो, just open a door, क्योंकि वो छोटी जी change करके किसी दी life बच सकती है। जी डॉक्टर साहब, कल ਨੂੰ ਪਹਿਲਾਂ ਵੀ ਤੁਸੀਂ ਸੈਮੀਨਾਰ ਜਿਹੜੇ ਆ ਉਹਨਾਂ ਦੇ ਵਿੱਚ ਹਿੱਸਾ ਲਿਆ, ਕੱਲ ਇੱਕ ਹੋਰ ਸੈਮੀਨਾਰ ਸਹਾਇਤਾ ਦੇ ਵੱਲੋਂ ਕਰਵਾਇਆ ਜਾ ਰਿਹਾ। ਉਹਦੀ ਜਿਹੜੀ ਜ਼ਿਆਦਾ ਇਨਫੋਰਮੇਸ਼ਨ ਆ ਸਹਾਇਤਾ ਦੀ ਵੈਬਸਾਈਟ ਤੋਂ ਮਿਲ ਸਕਦੀ ਆ, ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਬਿਲਕੁਲ ਜੀ, ਹਾਂਜੀ। ਉਹ ਨਾ ਸਹਾਇਤਾ ਦਾ ਬਹੁਤ ਵੱਡਾ ਇਨੀਸ਼ੀਏਟਿਵ ਹੈਗਾ ਜਿਹਨੂੰ ਇਹ ਮਾਈਂਡ ਮੈਟਰਸ ਕਹਿੰਦੇ ਨੇ। ਇਹ ਸਾਰੇ ਮੈਂਟਲ ਹੈਲਥ ਇਲਨੈਸਸ ਜਿਹੜੇ ਕਿ ਆਪਣੀ ਸੋਸਾਇਟੀ ਦੇ ਵਿੱਚ ਪ੍ਰੈਵਲੈਂਟ ਨੇ, ਆਪਣੇ ਦੇ ਵਿੱਚ ਹੁੰਦੇ ਨੇ, ਡਿਪਰੈਸ਼ਨ ਹੋ ਗਿਆ, ਐਲਕੋਹਲ ਪ੍ਰੋਬਲਮ ਹੋ ਗਿਆ, ਵਿਮਨਸ ਲਈ ਵੂਮਨ ਇਸ਼ੂਜ਼ ਹੋ ਜਾਂਦੇ ਨੇ, ਡੋਮੈਸਟਿਕ ਅਬਿਊਜ਼ ਟਾਈਪ ਇਸ਼ੂ ਹੋ ਜਾਂਦੇ ਨੇ, ਐਂਗਜ਼ਾਇਟੀ, ਘਬਰਾਹਟ ਹੋ ਜਾਂਦੀ ਹੈ। ਇਹ ਸਾਰਿਆਂ ਨੂੰ ਇੱਕ ਇੱਕ ਕਰਕੇ ਅਸੀਂ ਡਿਸਕਸ ਕਰਦੇ ਹਾਂ। ਤੁਹਾਨੂੰ ਸਹਾਇਤਾ ਦੇ ਵੈਬ ਪੇਜ ਤੇ ਇਹਨਾਂ ਸਾਰਿਆਂ ਬਾਰੇ ਇਨਫੋਰਮੇਸ਼ਨ ਮਿਲ ਜੂਗੀ। ਅਪਕਮਿੰਗ ਸਕੇਡਿਊਲ ਮੇਰੇ ਵਰਗੇ ਹੋਰ ਜਿਹੜੇ ਕਲੀਨਿਸ਼ੀਅਨ ਹੈਗੇ ਨੇ ਅਸੀਂ ਪ੍ਰੈਜ਼ੈਂਟ ਕਰਦੇ ਹਾਂ। ਤੇ ਇਸ ਵੀਕਐਂਡ 11 ਵਜੇ, ਆਈ ਥਿੰਕ ਸੈਟਰਡੇ 11 ਵਜੇ, ਪਰ ਟਾਈਮ ਤੁਸੀਂ ਚੈੱਕ ਕਰ ਲਿਓ ਫੇਸਬੁੱਕ ਤੇ। ਜਗਮੀਤ ਸੰਘਾ ਕਾਇਓ ਕੇਅਰ ਵੱਲੋਂ ਕੰਮ ਕਰਦੇ ਨੇ ਤੇ ਬੱਚਿਆਂ ਦੇ ਵਿੱਚ ਲਰਨਿੰਗ ਡਿਸੇਬਿਲਿਟੀਜ਼, ਬਿਹੇਵੀਅਰਲ ਇਸ਼ੂਜ਼, ਉਸ ਟੌਪਿਕ ਤੇ ਉਹਨਾਂ ਦੇ ਕੋਲ ਐਕਸਪੀਰੀਅੰਸ ਬੜਾ ਵਾ। ਤੇ ਉਹਨਾਂ ਨੇ ਡਾਕਟਰ ਪ੍ਰੀਤ ਸੱਭਰਵਾਲ ਜਿਹੜੇ ਥੈਰੇਪਿਸਟ ਹੈਗੇ ਨੇ, ਸਾਈਕੋਥੈਰੇਪਿਸਟ, ਉਹ ਦੋਨੋਂ ਜਾਣੇ ਇਸ ਗੱਲ ਤੇ ਸਾਰਿਆਂ ਨੂੰ ਦੱਸਣਗੇ ਕਿ ਬੱਚਿਆਂ ਨੂੰ ਕਿੱਦਾਂ ਸਪੋਰਟ ਕੀਤਾ ਜਾਂਦਾ, ਸਕੂਲ ਸਿਸਟਮ ਦੇ ਵਿੱਚ ਕੀ ਰਿਸੋਰਸਿਸ ਹੁੰਦੇ ਨੇ, ਪ੍ਰਾਈਵੇਟਲੀ ਆਪਣੇ ਕੋਲ ਕੀ ਰਿਸੋਰਸਿਸ ਹੁੰਦੇ ਨੇ, ਤੇ ਆਪਾਂ ਆਪਣੇ ਬੱਚਿਆਂ ਨੂੰ ਕਿੱਦਾਂ ਸਪੋਰਟ ਕਰ ਸਕਦੇ ਹਾਂ ਤੇ ਉਹਨਾਂ ਦੀ ਫੈਮਲੀਜ਼ ਨੂੰ, ਤਾਂ ਕਿ ਉਹਨਾਂ ਨੂੰ ਫਿਰ ਅੱਗੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਜਾਂ ਹੋਰ ਬਿਮਾਰੀਆਂ ਤੋਂ ਬਚਦੇ ਰਹਿਣ। ਜੀ, ਤੇ ਇਹ ਡਾਕਟਰ ਸਾਹਿਬ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਹੋਰ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਉਹ ਚੱਲ ਰਹੇ ਆ? ਜੇ ਚੱਲ ਰਹੇ ਆ ਤਾਂ ਉਹਦੇ ਮੁਕਾਬਲੇ ਪੰਜਾਬੀ ਕਮਿਊਨਿਟੀ ਦੇ ਵਿੱਚ ਸਾਨੂੰ ਇਹਨਾਂ ਪ੍ਰੋਗਰਾਮਾਂ ਦੀ ਲੋੜ ਹੈ, ਜਾਂ ਕਿਸ ਹੱਦ ਤੱਕ ਅਸੀਂ ਇੱਧਰ ਉਪਰਾਲੇ ਕਰਨ ਵਿੱਚ ਕਾਮਯਾਬ ਹੋਏ ਆ? ਹਾਂਜੀ, ਨਹੀਂ, ਸਾਨੂੰ ਇੱਥੇ ਮੈਂ ਮੈਂਸ਼ਨ ਕਰੂੰਗਾ ਬਲਦੇਵ ਮੁੱਟਾ ਜੀ ਆਪਣੇ ਟੋਰਾਂਟੋ ਤੋਂ, ਉਹਨਾਂ ਨੇ ਪਿਛਲੇ 20-25 ਸਾਲ ਉਹਨਾਂ ਨੇ ਸਹਾਇਤਾ ਦੇ ਨਾਲ ਕੋਲੈਬੋਰੇਟ ਕਰਕੇ ਇਹ ਇਨੀਸ਼ੀਏਟਿਵ ਸਾਨੂੰ ਸਪੋਰਟ ਕਰ ਰਹੇ ਨੇ। ਆਪਣਾ ਐਕਸਪੀਰੀਅੰਸ ਕੈਨੇਡਾ ਦੇ ਵਿੱਚ ਪੰਜਾਬੀਆਂ ਨੂੰ ਹੈਲਪ ਕਰਕੇ ਕਿ ਕੈਲੀਫੋਰਨੀਆ ਦੇ ਵਿੱਚ ਆਪਾਂ ਉਹ ਹੈਲਪ ਕਿੱਦਾਂ ਦੇ ਸਕਦੇ ਹਾਂ। ਸੋ ਕਈ ਕੈਨੇਡਾ ਦੇ ਵਿੱਚ ਮੈਂ ਦੇਖਿਆ ਜਾਂ ਇੰਡੀਆ ਦੇ ਵਿੱਚ ਕਈ ਇਨੀਸ਼ੀਏਟਿਵ ਚੱਲ ਰਹੇ ਨੇ, ਪਰ ਮੈਂ ਆਪਣੇ ਏਰੀਆ ਦੇ ਵਿੱਚ ਦੇਖਿਆ ਕਿ ਇਹ ਲੈਕਿੰਗ ਆ, ਇਹ ਬਹੁਤ ਵੱਡੀ ਨੀਡ ਆ। ਤੇ ਉੱਥੇ ਸਾਨੂੰ ਨਾਟ ਓਨਲੀ ਆਪਣੇ ਪੰਜਾਬੀਆਂ ਦੀ ਹੈਲਪ ਚਾਹੀਦੀ ਆ, ਪਰ ਯੂਥ, ਆਪਾਂ ਚਾਹੁੰਦੇ ਹਾਂ ਕਿ ਜਿਹੜੇ ਯੰਗ ਬੱਚੇ ਹੈਗੇ ਨੇ ਜਿਹੜੇ ਹੁਣ ਕਾਲਜਾਂ ਦੇ ਵਿੱਚ ਜਾਂਦੇ ਨੇ, ਕਿਉਂਕਿ ਉਹ ਟੈਕਨੋਲੋਜੀ ਦੇ ਨਾਲ ਇੰਨੇ ਫੈਮਿਲੀਅਰ ਨੇ, ਉਹ ਸਟੈਪ ਅਪ ਕਰਨ ਤੇ ਆਪਣੀ ਕਮਿਊਨਿਟੀਜ਼ ਨੂੰ ਸਪੋਰਟ ਕਰਨ। ਤੇ ਇਹ ਵੀ ਸਹਾਇਤਾ ਦੇ ਵਿੱਚ ਸਾਡਾ ਇਨੀਸ਼ੀਏਟਿਵ ਹੈਗਾ ਵਾ ਕਿ ਬੱਚਿਆਂ ਨੂੰ ਆਪਾਂ ਨਾਲ ਲੈ ਕੇ ਚੱਲੀਏ, ਕਿਉਂਕਿ ਉਹੀ ਆਪਣੇ ਫਿਊਚਰ ਡਾਕਟਰਸ, ਕਲੀਨਿਸ਼ੀਅਨਸ ਹੈਗੇ ਨੇ। ਜੀ, ਕੈਨੇਡਾ ਦੇ ਵਿੱਚ ਇਹਦੇ ਬਾਰੇ ਚ, ਕਿਉਂਕਿ ਉੱਥੇ ਵੱਡੇ ਰੇਡੀਓ ਸਟੇਸ਼ਨ ਵੀ ਹੈਗੇ ਆ, ਉਹਨਾਂ ਤੇ ਗੱਲਬਾਤ ਵੀ ਹੁੰਦੀ ਰਹਿੰਦੀ ਆ। ਮੈਂ ਕੱਲ ਹੀ ਸੁਣ ਰਿਹਾ ਸੀਗਾ, ਉੱਥੇ ਰੇਡੀਓ ਤੇ ਗੱਲਬਾਤ ਹੋ ਰਹੀ ਸੀਗੀ, ਪਿਛਲੇ ਹਫ਼ਤੇ ਵੀ ਇੱਥੇ ਗੱਲਬਾਤ ਹੋ ਰਹੀ ਸੀ। ਸੋ ਮੈਨੂੰ ਲੱਗਦਾ ਕਿ ਕੈਨੇਡਾ ਦੇ ਵਿੱਚ ਪੂਰਾ ਲਾਹਾ ਲਿਆ ਜਾ ਰਿਹਾ ਮੀਡੀਆ ਦਾ। ਇੱਥੇ ਵੀ ਅਸੀਂ ਜੇਕਰ ਥੋੜਾ ਬਹੁਤ ਜਾਗਰੂਕ ਹੋਈਏ ਤਾਂ ਅਸੀਂ ਮੁਸੀਬਤ ਨੂੰ ਵੱਡਾ ਰੂਪ ਧਾਰਨ ਤੋਂ ਪਹਿਲਾਂ ਅਸੀਂ ਜਾਗਰੂਕਤਾ ਲਿਆ ਕੇ ਤੇ ਇਸ ਪਾਸਿਓਂ ਕਾਫੀ ਜ਼ਿਆਦਾ ਆਪਣੀ ਕਮਿਊਨਿਟੀ ਦੀ ਮਦਦ ਕਰ ਸਕਦੇ ਹਾਂ। ਸੋ ਸਹਾਇਤਾ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ, ਉਹਦੇ ਬਾਰੇ ਜਾਣਕਾਰੀ ਲਈ ਸਹਾਇਤਾ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਤੇ ਨਾਲ ਦੀ ਨਾਲ ਜਿਹੜੇ ਜਿੰਨੀ ਵੀ ਡਾਕਟਰਾਂ ਦੀ ਟੀਮ, ਡਾਕਟਰ ਹਰਕੇਸ਼ ਸੰਧੂ ਸਾਹਿਬ ਜਿਹੜੇ ਸਾਡੇ ਰਹਿਨੁਮਾ ਨੇ, ਉਹਨਾਂ ਦੀ ਅਗਵਾਈ ਦੇ ਵਿੱਚ, ਤੇ ਹੋਰ ਡਾਕਟਰ ਸੇਖੋਂ ਸਾਹਿਬ ਤੁਹਾਡੇ ਵਰਗੇ ਜਿਹੜੇ ਨਾਲ ਸੇਵਾਦਾਰ, ਸੇਵਾ ਵਜੋਂ ਜਿਹੜੇ ਐਕਸਪਰਟ ਆਉਂਦੇ ਆ, ਸੋ ਉਹਨਾਂ ਦਾ ਧੰਨਵਾਦ ਜਿੰਨਾ ਵੀ ਕੀਤਾ ਜਾਵੇ ਥੋੜਾ। ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਕੋਈ ਵੀ ਬੰਦਾ ਕੋਈ ਵੀ ਚੰਗਾ ਕੰਮ ਕਰਦਾ ਅਸੀਂ ਉਹਨੂੰ ਸਪੋਰਟ ਕਰੀਏ, ਤੇ ਦੂਸਰਾ ਅਸੀਂ ਉਹਨੂੰ ਥੋੜਾ ਜਿਹਾ ਸੀਰੀਅਸ ਲੈਣ ਦੀ ਕੋਸ਼ਿਸ਼ ਕਰਿਆ ਕਰੀਏ। ਕਈ ਵਾਰ ਐਂ ਲੱਗਦਾ ਵੀ ਜਿਹੜੇ ਬੰਦੇ ਕਰ ਰਹੇ ਪਤਾ ਨਹੀਂ ਕਿਸੇ ਬੈਨੀਫਿਟ ਲਈ ਕਰ ਰਹੇ ਆ। ਸਾਨੂੰ ਇਹ ਫਰਕ ਜਿਹੜਾ ਆ ਉਹ ਵੀ ਕਰਨਾ ਪਊਗਾ ਕਿ ਕੌਣ ਕੀ ਕਰ ਰਿਹਾ, ਸਾਨੂੰ ਜ਼ਰੂਰ ਦੇਖਣਾ ਪਊਗਾ। ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਕਿਤੇ ਵੀ, ਚਾਹੇ ਅਮਰੀਕਨ ਲੈਵਲ ਤੇ ਕੰਮ ਕਰ ਰਹੀਆਂ, ਚਾਹੇ ਇੰਡੀਆ ਦੇ ਵਿੱਚ ਵੀ ਇੰਟਰਨੈਸ਼ਨਲੀ ਕਰ ਰਹੀਆਂ, ਸੋ ਸਾਨੂੰ ਸਾਰਿਆਂ ਦਾ, ਸਾਨੂੰ ਆਮ ਲੋਕਾਂ ਦੀ ਗੱਲ ਕਰ ਰਹੇ ਹਾਂ, ਸਾਨੂੰ ਜ਼ਰੂਰ ਸਪੋਰਟ ਕਰਨੀ ਚਾਹੀਦੀ ਆ। ਘੱਟੋ ਘੱਟ ਜੇ ਕੋਈ ਐਕਸਪਰਟ ਆ ਕੇ ਇਸ਼ੂ ਦੇ ਬਾਰੇ ਚ ਗੱਲਬਾਤ ਕਰ ਰਿਹਾ ਤਾਂ ਸਾਨੂੰ ਉਹਦੇ ਬਾਰੇ ਜਾਣਕਾਰੀ ਜ਼ਰੂਰ ਲੈ ਲੈਣੀ ਚਾਹੀਦੀ ਆ।
ਸੋ ਜਿਵੇਂ ਡਾਕਟਰ ਸੇਖੋਂ ਸਾਹਿਬ ਨੇ ਦੱਸਿਆ ਕਿ ਉਹਨਾਂ ਹੁੰਗਾਰਾ ਜਿਹੜਾ ਸਾਨੂੰ ਕਮਿਊਨਿਟੀ ਚੋਂ ਨਹੀਂ ਮਿਲ ਰਿਹਾ ਹਾਲੇ, ਜਿੰਨਾ ਮਿਲਣਾ ਚਾਹੀਦਾ ਸੀਗਾ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਲੈਵਲ ਤੇ ਗੁਰਦੁਆਰਾ ਸਾਹਿਬ ਬਹੁਤ ਵੱਡਾ ਮੰਚ ਹੈ। ਮੈਨੂੰ ਪਤਾ ਨਹੀਂ ਕਿ ਸਹਾਇਤਾ ਦਾ ਇਹ ਕੋਈ ਪ੍ਰੋਗਰਾਮ ਹੈ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਾਣ ਦਾ ਕਿ ਨਹੀਂ, ਪਰ ਕਿਉਂਕਿ ਸਾਡੇ ਗੁਰਦੁਆਰੇ ਨੇ, ਸਾਡੀ ਕਮਿਊਨਿਟੀ ਉੱਥੇ ਜਾਂਦੀ ਆ, ਤਾਂ ਮੈਨੂੰ ਲੱਗਦਾ ਕਿ ਜੇਕਰ ਅਸੀਂ ਗੁਰਦੁਆਰਾ ਸਾਹਿਬਾਂ ਤੋਂ ਇਸ ਮੁਹਿੰਮ ਨੂੰ ਤੋਰੀਏ ਤਾਂ ਲੋਕ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਫਰਕ ਪੈ ਸਕਦਾ। ਡਾਕਟਰ ਸਾਹਿਬ, ਕੋਈ ਇਦਾਂ ਦਾ ਐਕਸਪੀਰੀਅੰਸ ਹੈ, ਕੋਈ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਕਦੇ ਉਪਰਾਲਾ ਕੀਤਾ ਗਿਆ? ਹਾਂਜੀ, ਨਹੀਂ, ਅਸੀਂ ਸਹਾਇਤਾ ਦੇ ਨਾਲ ਹੀ ਟ੍ਰੇਸੀ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵਾਰ ਇਦਾਂ ਹੀ ਪ੍ਰੈਜੈਂਟੇਸ਼ਨ ਕੀਤੀ ਸੀ। ਉਹ ਫਾਰਮਰਸ ਤੇ ਸੁਸਾਈਡ ਦੀ ਹੀ ਪ੍ਰੈਜੈਂਟੇਸ਼ਨ ਸੀ, ਕਿਉਂਕਿ ਉਸ ਕਮਿਊਨਿਟੀ ਦੇ ਵਿੱਚ ਦੋ ਇਹੋ ਜਿਹੇ ਸੈਡ ਨਿਊਜ਼ ਮਿਲੀਆਂ ਆਪਾਂ ਨੂੰ, ਤੇ ਲੋਕਾਂ ਨੇ ਇੱਛਾ ਉਦੋਂ ਕੀਤੀ ਸੀ ਕਿ ਕੋਈ ਆ ਕੇ ਉਹਨਾਂ ਨੂੰ ਦੱਸੇ, ਤੇ ਉਹਨਾਂ ਨੂੰ ਫਾਇਦਾ ਵੀ ਬਹੁਤ ਹੋਇਆ। ਉੱਥੋਂ 2-3 ਪੰਜਾਬੀ ਫੈਮਲੀਜ਼ ਨੇ ਅਪਰੋਚ ਵੀ ਕੀਤਾ, ਜਿਨ੍ਹਾਂ ਨੂੰ ਫਿਰ ਅਸੀਂ ਹੈਲਪ ਕੀਤਾ, ਉਹਨਾਂ ਨੂੰ ਗਾਈਡ ਕੀਤਾ। ਤੇ ਕਿਉਂਕਿ ਇਹਦਾ ਇਲਾਜ ਕਈ ਤਰਫਾ ਹੋ ਸਕਦਾ ਵਾ, ਕਈ ਵਾਰ ਕਮਿਊਨਿਟੀ ਸਪੋਰਟ ਜੋ ਕਿ ਗੁਰਦੁਆਰਾ ਸਪੋਰਟ, ਕਈ ਵਾਰ ਥੈਰੇਪਿਸਟ, ਕਈ ਵਾਰ ਦਵਾਈਆਂ ਜਿਹੜੀਆਂ ਡਿਪਰੈਸ਼ਨ ਦਾ ਹੈਲਪ ਕਰਦੀਆਂ ਨੇ। ਤੇ ਜਿੱਥੇ ਵੀ ਤੁਸੀਂ ਬੈਠੇ ਹੋ, ਜੇ ਤੁਸੀਂ ਇੱਕ ਵਾਰ ਰੀਚ ਕਰੋ, ਭਾਵੇਂ ਸਹਾਇਤਾ ਨੂੰ ਰੀਚ ਕਰੋ, ਭਾਵੇਂ ਗੁਰਦੁਆਰੇ ਨੂੰ ਰੀਚ ਕਰੋ, ਉਹ ਅੱਗੇ ਤੁਹਾਨੂੰ ਕਿਸੇ ਨਾ ਕਿਸੇ ਨਾਲ ਕਨੈਕਟ ਕਰ ਸਕਦੇ ਨੇ। ਤੁਹਾਡੀ ਸਾਰੀ ਇਨਫੋਰਮੇਸ਼ਨ ਕੌਨਫੀਡੈਂਸ਼ੀਅਲ ਹੁੰਦੀ ਹੈ। ਜਿਵੇਂ ਤੁਸੀਂ ਕਿਹਾ ਵਾ, ਜੋ ਤੁਸੀਂ ਡਾਕਟਰ ਦੇ ਆਫਿਸ ਦੇ ਵਿੱਚ ਗੱਲ ਕੀਤੀ ਜਾਂ ਜੋ ਤੁਸੀਂ ਕੈਮਰੇ ਤੇ ਗੱਲ ਕੀਤੀ, ਸਾਡੇ ਕੈਮਰੇ ਵਾਲੇ ਪ੍ਰੋਗਰਾਮ ਬੜੇ ਸੇਫ ਹੁੰਦੇ ਨੇ, ਜਿਹਨੂੰ ਅਸੀਂ ਇੱਕ HIPAA ਕੰਪਲਾਇੰਸ ਕਹਿੰਦੇ ਆ, ਤੇ ਉਹ ਅਸੀਂ ਪੂਰੀ ਇਨਸ਼ੋਰ ਕਰਦੇ ਆ। ਜੇ ਤੁਸੀਂ ਫੈਮਿਲੀ ਦੇ ਵਿੱਚ ਵੀ ਚਾਹੁੰਦੇ ਹੋ ਅਸੀਂ ਕਿਸੇ ਨਾਲ ਗੱਲ ਨਹੀਂ ਕਰੀਏ, ਤੇ ਅਸੀਂ ਨਹੀਂ ਕਰਾਂਗੇ। ਇਸ ਲੈਵਲ ਤੱਕ ਕੌਨਫੀਡੈਂਸ਼ੀਅਲਿਟੀ ਹੁੰਦੀ ਆ। ਸੋ ਝਿਜਕ ਨਾ ਰੱਖੋ। ਆਈ ਥਿੰਕ ਆਪਣਾ ਮਕਸਦ ਹੈਗਾ ਵਾ, ਜੇ ਤੁਸੀਂ ਇਹ ਟਾਕ ਨੂੰ ਸੁਣਿਆ ਤੇ ਤੁਹਾਨੂੰ ਲੱਗਿਆ ਕਿ ਇਹਦਾ 2-3 ਬੰਦਿਆਂ ਨੂੰ ਅੱਗੇ ਹੈਲਪ ਹੋ ਸਕਦੀ ਆ, ਤਾਂ ਉਹਨਾਂ ਨੂੰ ਸਹੀ ਪਾਸੇ ਪੁਆਇੰਟ ਆਊਟ ਕਰੋ ਤਾਂ ਕਿ ਉਹਨਾਂ ਨੂੰ ਕੇਅਰ ਮਿਲੇ। ਡਾਕਟਰ ਸਾਹਿਬ, ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤੀ ਵੱਲ ਵੱਧ ਰਿਹਾ, ਤੇ ਇੱਕ ਮੈਂ ਆਖਰੀ ਸਵਾਲ ਪੁੱਛਣਾ ਤੇ ਉਸ ਤੋਂ ਬਾਅਦ ਆਪਾਂ ਸਮਾਪਤ ਕਰਾਂਗੇ। ਜੋ ਆਪਾਂ ਉਪਰਾਲੇ ਕਰ ਰਹੇ ਹਾਂ, ਇਹ ਹੋ ਰਹੇ ਨੇ, ਵੈਬੀਨਾਰ ਹੋ ਰਹੇ ਨੇ, ਸੈਮੀਨਾਰ ਹੋ ਰਹੇ ਆ, ਤੇ ਜਿਵੇਂ ਤੁਸੀਂ ਦੱਸਿਆ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਵੀ ਉਪਰਾਲੇ ਹੋਏ ਆ, ਹਾਲੇ ਹੋਰ ਹੋਣ ਦੀ ਲੋੜ ਹੈਗੀ ਆ। ਤੁਹਾਡੇ ਮਨ 'ਚ ਹੈ ਕੋਈ ਵੀ ਹੋਰ ਕਿਸ ਤਰੀਕੇ ਦੇ ਨਾਲ, ਇਹਨੂੰ ਵਧੀਆ ਤਰੀਕੇ ਦੇ ਨਾਲ ਇਸ ਮੁਹਿੰਮ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ? ਹੋਰ ਕੋਈ ਥਾਟ ਹੋਵੇ ਤੁਹਾਡਾ? ਹਾਂਜੀ, ਨਹੀਂ, ਉੱਥੇ ਮੈਨੂੰ ਲੱਗਦਾ ਕਿ ਅਸੀਂ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ ਲਾਈਵ, ਜਿੰਨੇ ਆਪਾਂ ਲੋਕਾਂ ਤੱਕ ਥਰੂ ਰੇਡੀਓ ਜਾਂ ਥਰੂ ਸੋਸ਼ਲ ਮੀਡੀਆ ਪਹੁੰਚ ਸਕਦੇ ਆ, ਉਹ ਥੋੜਾ ਜਿਹਾ ਇਨ ਪਰਸਨ ਕਈ ਵਾਰ ਡਿਫਿਕਲਟ ਹੋ ਜਾਂਦਾ, ਕਿਉਂਕਿ ਬੰਦੇ ਟਰੈਵਲ ਨਹੀਂ ਕਰ ਸਕਦੇ ਹੁੰਦੇ, ਤੇ ਕਈ ਵਾਰ ਬੰਦਿਆਂ ਨੂੰ ਹਜੇ ਵੀ ਝਿਜਕ ਹੈਗੀ ਆ ਕਿ ਜੇ ਮੈਂ ਗੁਰਦੁਆਰਾ ਹਾਲ 'ਚ ਜਾਊਂਗਾ ਜਾਂ ਕਿਤੇ ਪਾਰਟੀ ਹਾਲ 'ਚ ਜਾਊਂਗਾ ਜਿੱਥੇ ਆਪਾਂ ਇਹੋ ਜਿਹਾ ਕਰ ਰਹੇ ਹਾਂ, ਤਾਂ ਮੈਨੂੰ ਹੋਰ ਲੋਕੀ ਦੇਖਣਗੇ। ਜਦ ਕਿ ਜਦੋਂ ਸੋਸ਼ਲ ਮੀਡੀਆ ਤੇ ਜਾਂ ਰੇਡੀਓ ਤੇ ਤੁਸੀਂ ਬੜੇ ਆਰਾਮ ਨਾਲ ਆ ਸਕਦੇ ਹੋ। ਸੋ ਮੈਂ ਆਹੀ ਕਹੂੰਗਾ ਕਿ ਜੇ ਆਪਾਂ ਸੋਸ਼ਲ ਮੀਡੀਆ ਤੇ ਰੇਡੀਓ ਤੇ ਆਪਾਂ ਲੋਕਾਂ ਨੂੰ ਜਾਗਰੂਕ ਕਰੀਏ, ਐਜੂਕੇਟ ਕਰੀਏ, ਉਹਨਾਂ ਨਾਲ ਰਿਸੋਰਸਿਸ ਸ਼ੇਅਰ ਕਰੀਏ, ਜੋ ਕਿ ਸਹਾਇਤਾ ਨੇ ਇੱਕ ਪੇਜ ਬਣਾਇਆ ਵਾ ਮਾਈਂਡ ਮੈਟਰਸ ਦੇ ਵਿੱਚ, ਜਿੱਥੇ ਅਸੀਂ ਥੋੜੇ ਰਿਸੋਰਸਿਸ ਵੀ ਪਾ ਰਹੇ ਹਾਂ ਕਿ ਜੇ ਤੁਹਾਨੂੰ ਇਸ ਟਾਈਪ ਦੀ ਪ੍ਰੋਬਲਮ ਹੋਵੇ ਤਾਂ ਤੁਸੀਂ ਆਹ ਨੰਬਰ ਨੂੰ ਕੰਟੈਕਟ ਕਰੋ ਜਾਂ ਆਹ ਸੰਸਥਾ ਨੂੰ ਕੰਟੈਕਟ ਕਰੋ, ਜਿਹੜਾ ਕਿ ਅੱਗੇ ਪੰਜਾਬੀ ਸਪੀਕਿੰਗ ਹੋਣਗੇ। ਇੱਥੇ ਪੰਜਾਬੀ ਸਪੀਕਿੰਗ ਇੰਟਰਪ੍ਰੀਟਰ ਸਾਰੇ ਕਲੀਨਿਕਸ ਨੂੰ ਆਲਮੋਸਟ ਮਿਲ ਹੀ ਜਾਂਦੇ ਨੇ, ਪਰ ਇੰਨੇ ਕੁ ਪੰਜਾਬੀ ਡਾਕਟਰ ਆਪਾਂ ਹੈਗੇ ਆ ਕਿ ਆਪਾਂ ਆਪ ਹੀ ਆਪਣੇ ਕਮਿਊਨਿਟੀ ਮੈਂਬਰਸ ਨੂੰ ਸਪੋਰਟ ਕਰ ਸਕਦੇ ਹਾਂ। ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਸੋ ਮੈਂ ਇੱਕ ਵਾਰ ਫੇਰ, ਇਸ ਤੋਂ ਪਹਿਲਾਂ ਵੀ ਤੁਹਾਡੇ ਤੋਂ ਇਜਾਜ਼ਤ ਲਈਏ, ਇੱਕ ਵਾਰ ਮੈਂ ਫੇਰ ਸਾਡੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਸਹਾਇਤਾ ਜਿਹੜੀ ਕਿ ਸਮਾਜ ਸੇਵੀ ਸੰਸਥਾ ਹੈ, ਇੰਟਰਨੈਸ਼ਨਲੀ ਕੰਮ ਕਰਦੀ ਆ, ਇੰਡੀਆ ਦੇ ਵਿੱਚ ਬਹੁਤ ਵੱਡੇ ਪ੍ਰੋਜੈਕਟ ਕੀਤੇ ਨੇ, ਇੱਥੇ ਵੀ ਜਿੰਨਾ ਸੰਭਵ ਹੋ ਸਕਦਾ ਹਰੇਕ ਕਾਰਜ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ, ਤੇ ਬਹੁਤ ਸਾਰੇ ਸੈਮੀਨਾਰ ਜਿਹੜੇ ਨੇ ਇਸ ਮਾਈਂਡ ਮੈਟਰਸ ਦੇ ਸੰਬੰਧ ਵਿੱਚ ਹੋ ਚੁੱਕੇ ਆ, ਬਹੁਤ ਸਾਰੇ ਹੋਣਗੇ। ਸੋ ਤੁਹਾਡੀ ਆਮ ਸਾਡੇ ਵਰਗੇ ਲੋਕਾਂ ਦੀ ਜਿਹੜੀ ਆ ਉਹ ਸ਼ਮੂਲੀਅਤ ਬਹੁਤ ਜ਼ਰੂਰੀ ਆ ਇਹਦੇ ਵਿੱਚ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਪ ਨੂੰ ਇਹਦੇ ਵਿੱਚ ਇਨਵੋਲਵ ਕਰੀਏ। ਦੂਸਰਾ, ਅਸੀਂ ਇਹਨੂੰ ਸੀਰੀਅਸਲੀ ਇਸ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਤਾਉਮਰ ਅਸੀਂ ਆਪਣੀ ਨਹੀਂ, ਆਪਣੇ ਪਰਿਵਾਰ ਦੀ ਨਹੀਂ, ਕਿਸੇ ਹੋਰ ਸੱਜਣ ਮਿੱਤਰ ਦੀ ਮਦਦ ਕਰ ਸਕੀਏ। ਪਹਿਲਾਂ ਸਮਝੀਏ ਕਿ ਪ੍ਰੋਬਲਮ ਕੀ ਹੈ। ਡਾਕਟਰ ਸੇਖੋਂ ਸਾਹਿਬ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਡਿਟੇਲ ਦੇ ਵਿੱਚ ਦੱਸਿਆ ਕਿ ਕੀ ਇਹ ਸਮੱਸਿਆ ਤੇ ਕਿਵੇਂ ਇਹਦਾ ਹੱਲ ਹੁੰਦਾ। ਸੋ ਸਾਰਾ ਕੁਝ ਜਿਹੜਾ ਬਰੀਫ ਦੇ ਵਿੱਚ ਉਹਨਾਂ ਨੇ ਦੱਸਿਆ। ਸੋ ਸਹਾਇਤਾ ਦੇ ਵੱਲੋਂ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ, ਕੱਲ੍ਹ ਨੂੰ ਇੱਕ ਸੈਮੀਨਾਰ ਹੋ ਰਿਹਾ 11 ਵਜੇ, ਸਹਾਇਤਾ ਦੀ ਵੈਬਸਾਈਟ ਤੋਂ ਤੁਸੀਂ ਉਹ ਵੀ ਦੇਖ ਸਕਦੇ ਹੋ। ਉਹਦੇ ਬਾਰੇ ਹੋਰ ਜਾਣਕਾਰੀ ਜਿਹੜੀ ਆ ਉਹ ਵੀ ਸਾਂਝੀ ਕੀਤੀ ਜਾਊਗੀ। ਸੋ ਡਾਕਟਰ ਸਾਹਿਬ, ਤੁਹਾਡੀ ਕੋਈ ਹੋਰ ਕੋਈ ਗੱਲ ਆਖਰ ਵਿੱਚ ਰਹਿ ਗਈ ਹੋਵੇ ਕਰਨ ਵਾਲੀ
ਤੁਹਾਡੇ ਵੱਲੋਂ ਕੋਈ ਮੈਸੇਜ? ਨਹੀਂ, ਆਈ ਥਿੰਕ ਮੈਂ ਬਸ ਇਹੀ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਇਹ ਜਿਹੜੀ ਜਾਗਰੂਕਤਾ ਤੇ ਜਿਹੜਾ ਸਟਿਗਮਾ ਹਟਾਉਣ ਲਈ ਸਾਰਿਆਂ ਨੂੰ ਉੱਠਣਾ ਪਊਗਾ। ਜੇ ਆਪਾਂ ਆ ਸੋਚੀਏ ਕਿ ਬਈ ਚੱਲ ਕੋਈ ਹੋਰ ਇਨੀਸ਼ੀਏਟਿਵ ਲੈ ਲੂਗਾ ਤਾਂ ਉੱਥੇ ਹੀ ਗੱਲ ਰਹਿ ਜਾਂਦੀ ਹੈ ਜਿੱਥੇ ਇੰਨੇ ਸਾਲਾਂ ਤੋਂ ਹੈ। ਅਸੀਂ ਇੰਡੀਆ ਦੇ ਵਿੱਚ ਵੀ ਉਦਾਂ ਹੀ ਦੇਖਦੇ ਸੀ। ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਅਮਰੀਕਾ ਆਇਆ ਕਿ ਇੱਥੇ ਵੀ ਲੋਕੀ ਉਨੇ ਹੀ ਝਿਜਕ ਰਹੇ ਨੇ ਤੇ ਮੇਬੀ ਜ਼ਿਆਦਾ ਝਿਜਕ ਰਹੇ ਨੇ। ਲੋਕਾਂ ਨੂੰ ਕਈਆਂ ਨੂੰ ਆਹ ਲੱਗਦਾ ਵਾ ਕਿ ਜੇ ਅਸੀਂ ਸ਼ੇਅਰ ਕੀਤੀ ਤੇ ਕਮਿਊਨਿਟੀ 'ਚ ਪਤਾ ਲੱਗ ਗਈ, ਉਹਨਾਂ ਨੂੰ ਹਜੇ ਐਂ ਲੱਗ ਰਿਹਾ ਕਿ ਸਾਰੇ ਹੀ ਠੀਕ ਨੇ, ਜਿਹੜੇ ਅਮਰੀਕਾ ਆ ਗਏ ਉਹ ਤਾਂ ਬਸ ਬੱਲੇ ਬੱਲੇ ਆ ਕਿ ਉਹਨਾਂ ਨੂੰ ਪ੍ਰੋਬਲਮ ਹੋ ਨਹੀਂ ਸਕਦੀ। ਸੋ ਆਈ ਥਿੰਕ ਆਪਾਂ ਸਾਰੇ ਅਪ ਫਰੰਟ ਹੋ ਕੇ ਕਿ ਇਹ ਇਨੀਸ਼ੀਏਟਿਵ ਤਾਂ ਹੀ ਚੱਲੂਗਾ ਜੇ ਸਾਰੀ ਸੋਸਾਇਟੀ ਦੇ ਵਿੱਚ ਜਾਗਰੂਕਤਾ ਹੋਊਗੀ, ਜੇ ਆਪਾਂ ਆਪਣੇ ਨੇਬਰਸ ਨੂੰ, ਆਪਣੇ ਫਰੈਂਡਸ ਨੂੰ ਸਪੋਰਟ ਕਰਾਂਗੇ। ਤੇ ਬਾਟਮ ਲਾਈਨ ਮੈਸੇਜ ਇਹੀ ਆ ਕਿ ਡਿਪਰੈਸ਼ਨ ਇਜ਼ ਟ੍ਰੀਟੇਬਲ, ਇਹਦਾ ਇਲਾਜ ਹੈ। ਕਿਸੇ ਵੀ ਲੈਵਲ ਦੀ ਡਿਪਰੈਸ਼ਨ ਹੋਵੇ, ਕੋਈ ਵੀ ਡਿਪਰੈਸ਼ਨ ਘੱਟ ਨਹੀਂ, ਕਿਉਂਕਿ ਜੇ ਆਪਾਂ ਉਹਦਾ ਇਲਾਜ ਨਹੀਂ ਕੀਤਾ ਤਾਂ ਉਹ ਵਰਸ ਹੋ ਸਕਦੀ ਹੈ ਤੇ ਉਹ ਰਿਸਕ ਆਪਾਂ ਨਹੀਂ ਲੈ ਸਕਦੇ। ਸੋ ਕਿਸੇ ਵੀ ਲੈਵਲ ਦੀ ਡਿਪਰੈਸ਼ਨ, ਡਾਕਟਰ ਕੋਲ ਜਾਓ, ਥੈਰੇਪਿਸਟ ਕੋਲ ਜਾਓ, ਉਹ ਤੁਹਾਨੂੰ ਰਾਈਟ ਬੰਦੇ ਕੋਲ ਪਹੁੰਚਾਉਣਗੇ ਤੇ ਉਹਦਾ ਇਲਾਜ ਹੋਊਗਾ। ਤੇ ਜ਼ਿਆਦਾਤਰ ਇਲਾਜ ਜਿਹੜਾ ਹੈ ਉਹ ਇੰਸ਼ੋਰੈਂਸ ਕਵਰ ਕਰਦੀ ਹੈ। ਜਿਹਦੇ ਕੋਲ ਇੰਸ਼ੋਰੈਂਸ ਨਹੀਂ ਆ, ਮੈਡੀਕੈਲ ਆ ਜਾਂ ਮੈਡੀਕੇਅਰ ਆ, ਤਾਂ ਮੈਡੀਕੈਲ ਤੇ ਮੈਡੀਕੇਅਰ ਦੇ ਵੀ ਪ੍ਰੋਵਾਈਡਰ ਹੈਗੇ ਨੇ। ਬਹੁਤ ਘੱਟ ਲੋੜ ਪੈਂਦੀ ਹੈ ਕਿ ਬੰਦੇ ਨੂੰ ਕੈਸ਼ ਲੈਣਾ ਪਵੇ, ਐਟਲੀਸਟ ਅਮਰੀਕਾ ਦੇ ਵਿੱਚ। ਸੋ ਕਦੇ ਮਨੀ ਕਰਕੇ ਨਾ ਝਿਜਕੋ ਤੇ ਆਸਕ ਫॉर ਹੈਲਪ ਤੇ ਸਾਨੂੰ ਤੁਹਾਨੂੰ ਹੈਲਪ ਕਰਨ ਦਾ ਮੌਕਾ ਦਿਓ। ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਡਿਟੇਲ ਦੇ ਵਿੱਚ ਤੁਸੀਂ ਗੱਲਬਾਤ ਦੱਸੀ ਆ। ਸੋ ਮੇਰੀ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੀ ਇਹ ਮੁਹਿੰਮ ਚੱਲ ਰਹੀ ਆ ਮਾਈਂਡ ਮੈਟਰਸ, ਇਹ ਇੱਕ ਆਉਣ ਵਾਲੇ ਸਮੇਂ ਦੀ ਮੇਰੇ ਖਿਆਲ ਬਹੁਤ ਵੱਡੀ ਸਮੱਸਿਆ ਹੋਣ ਜਾ ਰਹੀ ਹੈ, ਜਿਹੜੀ ਕਿ ਮਾੜੀ ਗੱਲ ਆ। ਇਹ ਬੈਡ ਨਿਊਜ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮਾਨਸਿਕ ਸਮੱਸਿਆਵਾਂ ਨੇ ਉਹ ਵੱਧ ਰਹੀਆਂ ਤੇ ਕਾਫੀ ਵੱਡਾ ਰੂਪ ਜਿਹੜਾ ਧਾਰਨ ਕਰ ਜਾਣੀ ਆ ਇਹ ਜਿਹੜੀ ਸਮੱਸਿਆ। ਇਸ ਦਾ ਹੁਣ ਤੋਂ ਅਗਾਊਂ ਇਹਦੇ ਬਾਰੇ ਜਾਗਰੂਕ ਹੋਣਾ, ਜਾਣਕਾਰੀ ਲੈਣੀ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਆ। ਸਹਾਇਤਾ ਸੰਸਥਾ ਤੇ ਹੋਰ ਸੰਸਥਾਵਾਂ ਵੀ ਜਿਹੜੀਆਂ ਉਪਰਾਲੇ ਕਰ ਰਹੀਆਂ, ਸੋ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਸਾਰੀ ਸਹਾਇਤਾ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। ਡਾਕਟਰ ਸੇਖੋਂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਦੇ ਲਈ। ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਤੋਂ ਵੀ ਅਸੀਂ ਇਹੋ ਜਿਹੇ ਜਿਹੜੇ ਕੋਸ਼ਿਸ਼ਾਂ ਆ ਉਹ ਤੁਹਾਡੇ ਤੱਕ ਪ੍ਰੋਗਰਾਮ ਜਿਹੜੇ ਕੋਸ਼ਿਸ਼ ਕਰਕੇ ਲਿਆਉਂਦੇ ਰਵਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮੇਂ ਦੀ ਸਮਾਪਤੀ ਹੈ ਜੀ, ਇੱਥੇ ਇਜਾਜ਼ਤ ਚਾਹੁੰਦੇ ਹਾਂ। ਤੁਹਾਡਾ ਸਾਰਿਆਂ ਦਾ ਧੰਨਵਾਦ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਧੰਨਵਾਦ।